सत श्री अकाल, मैं तुहाडे नाल जसमीत। अज दुनिया भर दे विच कौमांतरी मां बोली दिहाड़ा मनाया जा रहा है ते असीं अज दे इस प्रोग्राम दे विच गलबात करांगे पंजाबी मां बोली दे बारे, पंजाबी बोली दे विस्तार ते प्रसार दे बारे, ऊनताइयां दे बारे कि पंजाबी बोली प्रफुल्लित क्यों नहीं हो पा रही, होर भाषावां क्यों पंजाब दे विच प्रफुल्लित हो जांदियां ने ते पंजाब दे विच ही मां बोली है जिहड़ी लीहों क्यों लथ रही है। असीं गलबात करांगे। साडे नाल साडे मेहमान भी जुड़े हुए ने। साडे नाल करमजीत सिंह गरेवाल जुड़े हुए ने, राइटर ते सिंगर ने। बहुत बहुत स्वागत है करमजीत जी। प्रिंसीपल कुलदीप सिंह कलसी बुद्धिजीवी ने साडे नाल जुड़े हुए ने। बहुत बहुत स्वागत सर तुहाडा भी। थैंक यू मैम। ते सब तो पहलां तां साडे दोहां मेहमानां नूं पंजाबी मां बोली दिहाड़े दीयां बहुत बहुत मुबारकां ते बहुत मुबारकां जी। शुक्रिया सर। ते मेरा पहला सवाल गरेवाल साहब तो है। गरेवाल साहब, ਆਪਾਂ अक्सर देखते हैं अपने बच्चों को सिखाने, अपने भैन भरावां ਨੂੰ ਸਿਖਾਉਂਦੇ ਆ, घर ਦੇ ਵਿੱਚ ਗੱਲਬਾਤ अक्सर करते हैं कि पंजाबी है जिहड़ी एक वधिया भाषा ते इहनूं प्रफुल्लित किया जाना चाहिए, इहनूं वधावा दिता जाना चाहिए। पर हुंदा की है, अक्सर असीं देखते हैं कि उल्ट हुंदा है। साडे जो बच्चे ने, साडे भैन भरावां दे बच्चे ने, जां साडे जो भैन भरा छोटे उम्र दे ने, स्कूल छोटियां क्लासां दे विच जांदे ने, ਉਹ अक्सर घर दे विच आके हिंदी बोलदे ने जां कोई होर लैंग्वेज यूज़ करदे ने। इस दे बारे तुसीं की कहना चाहोगे? सब तो पहला तो जी तुहानू बधाइयां बहुत बहुत मां बोली दिवस ਦੀਆਂ ਸਾਰੇ ਸਾਡੇ ਦਰਸ਼ਕਾਂ ਨੂੰ ਤੇ ਤੁਹਾਨੂੰ जी। शुक्रिया सर। ਜਿਵੇਂ ਤੁਸੀਂ ਬੱਚੇ ਤੋਂ ਗੱਲ ਸ਼ੁਰੂ ਕੀਤੀ ਆ ਤੇ ਆਪਾਂ ਸਭ ਜਾਣਦੇ ਆ ਕਿ ਬੱਚਾ ਉਹੀ ਕਰਦਾ ਜੋ ਵੱਡੇ ਕਰਦੇ ਨੇ। ਤੇ ਫਿਰ ਜੇ ਸਾਡੇ ਘਰ ਦੇ ਵਿੱਚ ਮਾਹੌਲ ਇਦਾਂ ਦਾ ਵੀ ਸਾਡੇ ਘਰ ਜੇ ਸਾਰੇ ਪੰਜਾਬੀ ਬੋਲਦੇ ਆ ਤਾਂ ਬੱਚਾ ਪੰਜਾਬੀ ਬੋਲੂਗਾ। ਜੇ ਸਾਨੂੰ ਹੁਣ ਲੱਗ ਰਿਹਾ ਸਾਡੇ ਘਰਾਂ ਦੇ ਵਿੱਚੋਂ ਪੰਜਾਬੀ ਭਾਸ਼ਾ ਗਾਇਬ ਹੋ ਰਹੀ ਆ, ਹੋਰ ਭਾਸ਼ਾਵਾਂ ਘਰਾਂ 'ਚ ਆ ਰਹੀਆਂ ਨੇ, ਬੱਚਾ ਤਾਂ ਲੈ ਕੇ ਨਹੀਂ ਆ ਰਿਹਾ। ਬੱਚੇ ਦੇ ਕੋਲ ਜਿਹੜੀ ਭਾਸ਼ਾ ਮਾਂ ਬਾਪ ਬੋਲਦੇ ਨੇ ਜਾਂ ਉਹਦੇ ਭੈਣ ਭਰਾ ਬੋਲਦੇ ਨੇ, ਉਹਦੇ ਚਾਚੇ ਤਾਏ ਬੋਲਦੇ ਨੇ, ਉੱਥੋਂ ਬੱਚਾ ਪੜ ਰਿਹਾ। ਇਹਦਾ ਮਤਲਬ ਇਹ ਗਲਤੀ ਵੱਡੇ ਕਿਸੇ ਗਲਤੀ ਨੂੰ ਕਰ ਰਹੇ ਨੇ ਤਾਂ ਉਸੇ ਕਰਕੇ ਬੱਚਾ ਕਰ ਰਿਹਾ। ਜਾਂ ਵੱਡਿਆਂ ਨੂੰ ਇਸ ਗੱਲ ਦਾ ਵਹਿਮ ਆ ਵੀ ਦੂਜੀ ਭਾਸ਼ਾ 'ਚ ਬੋਲਦੇ ਆ ਤਾਂ ਸ਼ਾਇਦ ਸਾਡਾ ਕੋਈ ਉਹਦੇ ਨਾਲ ਜ਼ਿਆਦਾ ਰੁਤਬਾ ਵੱਡਾ ਹੋ ਜਾਂਦਾ। ਜਾਂ ਵੱਡਿਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੋ ਸਕਦਾ ਕਿ ਜਿਹੜੀ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜਿਹੜੀ ਬੋਲੀ ਦੇ ਵਿੱਚ ਲਿਖਿਆ, ਜਿਹੜੀ ਬੋਲੀ ਦੇ ਵਿੱਚ ਗਾਇਆ, ਸ਼ਾਇਦ ਅਸੀਂ ਉਹਦੇ ਮਹੱਤਵ ਨੂੰ ਜਾਣਦੇ ਨਹੀਂ। ਸਾਨੂੰ ਇਹ ਨਹੀਂ ਪਤਾ ਕਿ ਮਾਂ ਬੋਲੀ ਦਾ ਕੀ ਮਹੱਤਵ ਹੁੰਦਾ ਇੱਕ ਬੱਚੇ ਲਈ, ਇੱਕ ਵੱਡੇ ਲਈ। ਮੇਰਾ ਖਿਆਲ ਹੈ ਕੋਈ ਵੀ ਹੋਵੇ ਜੀ, ਸ਼ਾਇਦ ਅਜਿਹੀਆਂ ਗੱਲਾਂ ਨੇ ਕਿ ਬੱਚਾ ਤਾਂ ਤਿਆਰ ਆ, ਬੱਚੇ ਦੀ ਕੋਈ ਗਲਤੀ ਨਹੀਂ ਜੀ। ਜੇ ਵੱਡੇ ਤਿਆਰ ਆ ਅਸੀਂ ਬੱਚਾ ਆਪਣੇ ਆਪ ਸਾਡੀ ਮਾਂ ਬੋਲੀ ਨੂੰ ਪੜੂਗਾ, ਮਾਂ ਬੋਲੀ ਨੂੰ। ਬਿਲਕੁਲ गरेवाल साहब, ਬੱਚੇ ਕੋਰੀ ਸਲੇਟ ਹੁੰਦੇ ਨੇ ਤੇ ਜੋ ਕੁਝ ਉਹਦੇ ਤੇ ਲਿਖ ਦਿੱਤਾ ਜਾਵੇ, ਉੱਕਰ ਦਿੱਤਾ ਜਾਵੇ, ਉਹੀ ਉਹਨਾਂ ਦੇ ਮਨਾਂ ਤੇ ਬੈਠ ਜਾਂਦਾ, ਦਿਮਾਗ 'ਚ ਆ ਜਾਂਦਾ। ਤੇ ਕਲਸੀ ਸਾਹਿਬ, ਮੇਰਾ ਤੁਹਾਨੂੰ ਵੀ ਇਹੋ ਸਵਾਲ ਹੈ, ਤੁਸੀਂ ਇਸ ਨੂੰ ਕਿਸ ਪੱਖ ਦੇ ਨਾਲ ਸੋਚਦੇ ਹੋ? ਜਸਮੀਤ ਜੀ, ਸਭ ਤੋਂ ਪਹਿਲਾਂ ਮੇਰੀਆਂ ਸਾਰਿਆਂ ਸਰੋਤਿਆਂ ਨੂੰ, ਤੁਹਾਡੇ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਸਾਡੇ ਮਾਂ ਬੋਲੀ ਦਿਵਸ ਦੇ ਉੱਪਰ। ਸ਼ੁਕਰੀਆ ਸਰ। ਮੈਂ ਇਸ ਤਰ੍ਹਾਂ ਸਮਝਦਾ ਹਾਂ ਜਸਮੀਤ ਜੀ ਕਿ ਮਾਂ ਬੋਲੀ ਜਿਹੜੀ ਹੁੰਦੀ ਹੈ, ਕਿਉਂਕਿ ਜ਼ਿੰਦਗੀ ਦੇ ਸਾਰੇ ਪਹਿਲੇ ਲੈਸਨ ਜਿਹੜਾ ਬੱਚਾ ਪ੍ਰਾਪਤ ਕਰਦਾ ਉਹਦੀ ਮਾਂ ਤੋਂ ਪ੍ਰਾਪਤ ਕਰਦਾ ਤੇ ਮਾਂ ਤੋਂ ਹੀ ਆਪਣੀ ਬੋਲੀ ਗ੍ਰਹਿਣ ਕਰਦਾ। ਮਾਂ ਹੀ ਤੋਂ ਹੀ ਪਹਿਲੇ ਸ਼ਬਦ ਸਿੱਖਣੇ ਹੁੰਦੇ ਆ, ਕਿਉਂਕਿ ਮਾਂ ਨਾਲ ਹੀ ਸਭ ਤੋਂ ਪਹਿਲਾ ਰਾਬਤਾ ਬੱਚੇ ਦਾ, ਕਿਉਂਕਿ ਕੋਰੀ ਸਲੇਟ ਦਾ ਪਹਿਲਾ ਰਾਬਤਾ ਮਾਂ ਨਾਲ ਹੁੰਦਾ ਜੀ। ਤੇ ਇਸ ਕਰਕੇ ਇੱਕ ਸੰਚਾਰ ਦਾ ਮਾਧਿਅਮ ਮਾਂ ਤੇ ਬੱਚੇ ਵਿੱਚ ਪੈਦਾ ਹੁੰਦਾ ਤੇ ਉਹ ਮਾਂ ਬੋਲੀ ਹੁੰਦੀ ਹੈ। ਔਰ ਦੁਨੀਆ ਦੇ ਵਿੱਚ ਸਥਾਪਿਤ ਹੈ ਕਿ ਜਿੰਨਾ ਵੀ ਗਿਆਨ ਹੈ ਤੇ ਸਿੱਖਿਆ ਹੈ, ਉਹ ਮਾਂ ਬੋਲੀ ਤੋਂ ਵਧੀਆ ਹੋਰ ਕੋਈ ਸੰਚਾਰ ਦਾ ਮਾਧਿਅਮ ਨਹੀਂ ਹੋ ਸਕਦਾ। ਭਾਸ਼ਾਵਾਂ ਦੁਨੀਆ ਦੀਆਂ ਸਾਰੀਆਂ ਹੀ ਬਹੁਤ ਵਧੀਆ ਨੇ, ਬਹੁਤ ਖੂਬਸੂਰਤ ਨੇ, ਪਰ ਜੇ ਤੁਸੀਂ ਗਿਆਨ ਪ੍ਰਾਪਤ ਕਰਨਾ ਹੈ ਤਾਂ ਉਹ ਮਾਂ ਬੋਲੀ ਤੋਂ ਵਧੀਆ ਹੋਰ ਕੋਈ ਉਸ ਦਾ ਮਾਧਿਅਮ ਨਹੀਂ ਹੋ ਸਕਦਾ ਸੰਚਾਰ ਦਾ। ਇਸ ਕਰਕੇ ਮਾਂ ਬੋਲੀ ਦਾ ਬਹੁਤ ਵੱਡਾ ਮਹੱਤਵ ਹੈ। ਬਾਕੀ ਭਾਸ਼ਾਵਾਂ ਵੀ ਜੇ ਤੁਸੀਂ ਸਿੱਖਣੀਆਂ ਨੇ ਤਾਂ ਮਾਂ ਬੋਲੀ ਦੇ ਮਾਧਿਅਮ ਰਾਹੀਂ ਤੁਸੀਂ ਬਾਕੀ ਭਾਸ਼ਾਵਾਂ ਵੀ ਸਿੱਖ ਸਕਦੇ ਹੋ। ਜੇ ਤੁਸੀਂ ਮਾਂ ਬੋਲੀ ਦੇ ਵਿੱਚ ਚੰਗੇ ਹੋ ਤੇ ਬਾਕੀ ਭਾਸ਼ਾਵਾਂ ਵਿੱਚ ਵੀ ਬਹੁਤ ਚੰਗੇ ਹੋ। ਜੇ ਤੁਹਾਨੂੰ ਮਾਂ ਬੋਲੀ ਚੰਗੀ ਤਰ੍ਹਾਂ ਨਹੀਂ ਆਉਂਦੀ, ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਤੁਸੀਂ ਮਹਾਰਤ ਹਾਸਲ ਨਹੀਂ ਕਰ ਸਕਦੇ। ਮੈਂ ਸਿੱਖਿਆ ਸ਼ਾਸਤਰੀ, ਇਸ ਕਰਕੇ ਮੈਂ ਇਹਨਾਂ ਗੱਲਾਂ ਨਾਲ ਰੂਬਰੂ ਹੋ ਰਿਹਾ ਤੁਹਾਡੇ ਕਿ ਮਾਂ ਬੋਲੀ ਦਾ ਬਹੁਤ ਵੱਡਾ ਮਹੱਤਵ ਵਿਅਕਤੀ ਦੀ ਸ਼ਖਸੀਅਤ ਦੇ ਵਿੱਚ, ਉਸਦੇ ਗਿਆਨ ਦੇ ਵਿੱਚ ਹੁੰਦਾ ਹੈ। ਤੇ ਇਸ ਕਰਕੇ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਜਿਹੜਾ ਹੈਗਾ ਉਹ ਮਿਲਣਾ ਚਾਹੀਦਾ। ਪਰ ਦੁਖਦ ਪਹਿਲੂ ਹੈ ਸਾਡਾ ਕਿ ਪੰਜਾਬ ਵਿੱਚ ਸਾਡੀ ਪੰਜਾਬੀ ਮਾਂ ਬੋਲੀ ਨੂੰ ਉਹ ਬਣਦਾ ਮਾਣ ਸਤਿਕਾਰ ਨਹੀਂ ਮਿਲ ਰਿਹਾ, ਜਿਹਦੇ ਬਾਰੇ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ। ਬਿਲਕੁਲ ਕਲਸੀ ਸਾਹਿਬ, ਜੋ ਤੁਸੀਂ ਆਖਿਆ, ਜੋ ਵੀ ਤੁਸੀਂ ਗੱਲਬਾਤ ਆਖੀ ਹੈ, ਮੈਂ ਉਸ ਦੇ ਨਾਲ
ਤਾਲੁਕਾਤ ਰੱਖਦੀ ਹਾਂ ਕਿ ਹਾਂ ਇਹ ਚੀਜ਼ ਇਸ ਤਰ੍ਹਾਂ ਦੀ ਹੋ ਰਹੀ ਹੈ। ਪਰ ਇੱਥੇ ਇਹ ਵੀ ਆਪਾਂ ਦੇਖਦੇ ਹਾਂ ਕਿ ਸਾਡੀਆਂ ਸਰਕਾਰਾਂ ਕਹਿ ਦਿੰਦੀਆਂ ਨੇ ਜੀ ਕਿ ਪੰਜਾਬੀ ਨੂੰ ਵਧਾਵਾ ਦਿਓ, ਸਾਡੀ ਮਾਂ ਬੋਲੀ ਹੈ। ਕਿਤੇ ਕਿਤੇ ਸੈਮੀਨਾਰਸ ਵੀ ਹੁੰਦੇ ਨੇ, ਜ਼ਿਆਦਾਤਰ ਉਹ ਲੋਕਾਂ ਦੇ ਵੱਲੋਂ ਸੈਮੀਨਾਰ ਕਰਵਾਏ ਜਾਂਦੇ ਨੇ ਜੋ ਪੰਜਾਬੀ ਭਾਸ਼ਾ ਨੂੰ ਅਸਲ ਦੇ ਵਿੱਚ ਚਾਹੁੰਦੇ ਨੇ ਕਿ ਪੰਜਾਬੀ ਭਾਸ਼ਾ ਵਧੇ, ਚਾਹੇ ਉਹ ਸਾਹਿਤ ਨਾਲ ਜੁੜੇ ਹੋਏ ਲੋਕ ਹੋਣ, ਚਾਹੇ ਸਿੱਖਿਆ ਸ਼ਾਸਤਰੀ ਹੋਣ, ਜਾਂ ਫਿਰ ਉਹ ਲੋਕ ਹੋਣ ਜੋ ਜੋ ਪੰਜਾਬੀ ਨੂੰ ਪਿਆਰ ਕਰਦੇ ਨੇ। ਪਰ ਹੋ ਕੀ ਰਿਹਾ ਸੀ, ਉਹੀ ਗੱਲ ਕਰ ਰਹੇ ਹਾਂ ਕਿ ਸਰਕਾਰ ਕਹਿ ਦਿੰਦੀ ਹੈ ਕਿ ਇਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਹੈ, ਪਰ ਹੁੰਦਾ ਨਹੀਂ। ਊਨ ਤਾਈਆਂ ਕਿੱਥੇ ਰਹਿ ਜਾਂਦੀਆਂ ਨੇ ਫਿਰ? ਬੇਸਿਕਲੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਸਮੀਤ ਜੀ, ਇਹਨਾਂ ਦਾ ਡੂਅਲ ਰੋਲ ਹੈ। ਕਹਿੰਦੀਆਂ ਕੁਛ ਨੇ, ਕਰਦੀਆਂ ਕੁਛ ਨੇ। ਕਹਿਣ ਲਈ, ਦਿਖਾਵੇ ਲਈ ਤਾਂ ਬਹੁਤ ਕੁਛ ਪੰਜਾਬੀ ਦੇ ਨਾਂ ਨੂੰ ਬਣਦਾ ਹੈ, ਪਰ ਉਹਨਾਂ ਦੇ ਕੰਮ ਜਿਹੜੇ ਨੇ ਉਹ ਬਿਲਕੁਲ ਹੀ ਜਿਹੜੇ ਨੇ ਉਹ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲੇ ਨਹੀਂ ਹੈਗੇ। ਤੁਸੀਂ ਜਿੰਨੀ ਦੇਰ ਤੱਕ ਪੰਜਾਬੀ ਸਰਕਾਰੀ ਦਫ਼ਤਰਾਂ ਦੀ ਭਾਸ਼ਾ ਨਹੀਂ ਬਣ ਜਾਂਦੀ, ਠੀਕ ਹੈ, ਕਿਉਂਕਿ ਜੇ ਕੰਮਕਾਰ ਪੰਜਾਬੀ ਵਿੱਚ ਨਹੀਂ ਹੋਊਗਾ, ਅੰਗਰੇਜ਼ੀ ਵਿੱਚ ਹੋ ਰਿਹਾ ਹੈਗਾ, ਜਾਂ ਤੁਸੀਂ ਅਦਾਲਤਾਂ ਦਾ ਕੰਮਕਾਰ ਜਿਹੜਾ ਹੈਗਾ ਉਹ ਪੰਜਾਬੀ ਵਿੱਚ ਨਹੀਂ ਹੁੰਦਾ, ਅੰਗਰੇਜ਼ੀ ਵਿੱਚ ਕਿਉਂ ਹੁੰਦਾ ਹੈ, ਠੀਕ ਹੈ। ਮੈਂ ਤੁਹਾਨੂੰ ਇਸ ਦਾ ਦੱਸਦਾ ਕਿ ਯੂਪੀ ਦੇ ਵਿੱਚ ਅਦਾਲਤਾਂ ਦਾ ਕੰਮ ਉਰਦੂ 'ਚ ਵੀ ਹੁੰਦਾ ਹੈ ਜੀ, ਬਿਲਕੁਲ। ਔਰ ਮੈਡੀਕਲ ਸਾਇੰਸ ਦੀ ਪੜ੍ਹਾਈ ਜਿਹੜੀ ਅਲੀਗੜ੍ਹ ਯੂਨੀਵਰਸਿਟੀ 'ਚ ਉਰਦੂ 'ਚ ਹੁੰਦੀ ਹੈ, ਉਰਦੂ ਦੇ ਵਿੱਚ, ਠੀਕ ਹੈ। ਜੇ ਕੋਈ ਮੈਡੀਕਲ ਸਾਇੰਸ ਦੀ ਜਿਹੜੀ ਕਿ ਸਾਰੀ ਟਰਮੀਨੋਲੋਜੀ ਅੰਗਰੇਜ਼ੀ ਦੀ ਟੈਕਨੀਕਲ ਹੈਗੀ ਹੈ, ਉਹ ਇੱਕ ਰੀਜਨਲ ਲੈਂਗੁਏਜ ਹੋ ਸਕਦੀ ਹੈ, ਤੇ ਪੰਜਾਬੀ ਵਿੱਚ ਕਿਉਂ ਨਹੀਂ ਹੋ ਸਕਦੀ? ਬਿਲਕੁਲ। ਇਸ ਕਰਕੇ ਹਰੇਕ ਕਿਸਮ ਦੀ ਪੜ੍ਹਾਈ ਜਿਹੜੀ ਹੈ ਉਹ ਪੰਜਾਬੀ ਵਿੱਚ ਹੋ ਸਕਦੀ ਹੈ। ਸਭ ਕੁਝ ਸਾਡੇ ਕੋਲੇ ਗਿਆਨ ਦੇ, ਸਾਡੇ ਕੋਲ ਸਭ ਕੁਝ ਸਰੋਤ ਮੌਜੂਦ ਨੇ, ਪਰੰਤੂ ਸਾਡੀ ਜਿਹੜੀ ਸਰਕਾਰ ਹੈਗੀ ਹੈ ਉਹ ਇਸ ਬੜੇ ਸੰਜੀਦਾ ਨਹੀਂ ਹੈ। ਉਹਨਾਂ ਨੂੰ ਦਫ਼ਤਰ ਦੀ ਭਾਸ਼ਾ ਨਹੀਂ ਬਣਾ ਰਹੀ, ਉਸ ਨੂੰ ਲਾਗੂ ਨਹੀਂ ਕਰ ਰਹੀ। ਔਰ ਸਭ ਤੋਂ ਵੱਡਾ ਮੈਨੂੰ ਇੱਕ ਲੱਗਦਾ ਹੁੰਦਾ ਹੈ ਕਿ ਇਹ ਜਿੰਨੇ ਸਾਡੇ ਮਾਰਗਦਰਸ਼ਕ ਨੇ, ਜਿਹੜੇ ਸਰਕਾਰੀ ਸਾਡੇ ਰੋਲ ਮਾਡਲ ਨੇ, ਜਿਹੜੇ ਸਾਡੇ ਲੀਡਰ ਨੇ, ਜੋ ਆਪਣੇ ਬੱਚਿਆਂ ਨੂੰ ਕਨਵੈਂਟ 'ਚ ਪੜ੍ਹਾਉਣਗੇ, ਪੰਜਾਬੀ ਤੋਂ ਦੂਰ ਕਰਨਗੇ, ਤੇ ਸਾਡੇ ਵਾਸਤੇ ਕੀ ਸੰਦੇਸ਼ ਦੇਣਗੇ? ਉਹ ਜਿਨ੍ਹਾਂ ਦੇ ਕਦਮਾਂ ਤੇ ਅਸੀਂ ਚੱਲ ਕੇ ਦੇਖਣਾ ਹੁੰਦਾ ਹੈ ਕਿ ਪੰਜਾਬੀ ਬਾਰੇ ਕਿੰਨੇ ਇਹ ਪੰਜਾਬੀ ਨੂੰ ਪਿਆਰ ਕਰਦੇ ਨੇ, ਕਿੰਨੇ ਪੰਜਾਬੀ ਨੂੰ ਪਰਣਾਏ ਹੋਏ ਨੇ, ਮਾਤ ਭਾਸ਼ਾ ਦਾ ਕਿੰਨਾ ਸਤਿਕਾਰ ਕਰਦੇ ਨੇ। ਸਾਡਾ ਭਾਸ਼ਾ ਵਿਭਾਗ ਹੈ ਜਿਹਦਾ ਬਜਟ ਹੀ ਖਤਮ ਕਰ ਦਿੱਤਾ ਇਹਨਾਂ ਨੇ ਲਗਭਗ। ਬਹੁਤ ਸਾਰੇ ਅਵਾਰਡ ਭਾਸ਼ਾ ਵਿਭਾਗ ਦਿੰਦਾ ਹੈ, ਪਰ ਉਹ ਨਾ ਤਾਂ ਉਹਦੀ ਕੋਈ ਨਿਯੁਕਤੀ ਹੋਈ ਹੈ, ਨਾ 5-5 ਸਾਲਾਂ ਦੇ ਅਵਾਰਡ ਕਦੇ ਇਕੱਠੇ ਕੀਤੇ ਜਾਂਦੇ ਨੇ, ਜਿਹਦਾ ਕੰਮ ਹੀ ਸਿਰਫ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਪ੍ਰਫੁੱਲਤ ਕਰਨਾ ਹੈ। ਤੇ ਜੇ ਕੋਈ ਸਰਕਾਰ ਆਪਣੇ ਉਸ ਅਦਾਰੇ ਨੂੰ ਜਿਹੜਾ ਕਿ ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਲਈ ਬਣਿਆ ਹੋਇਆ ਹੈ ਨਾ, ਉਸ ਅਦਾਰੇ ਨੂੰ ਬਣਦਾ ਬਜਟ ਨਹੀਂ ਦੇ ਰਹੀ, ਉਹਦੇ 'ਚ ਕੋਈ ਭਰਤੀ ਨਹੀਂ ਕਰ ਰਹੀ ਜਿਹਨੇ ਉਸ ਦੀ ਬਿਹਤਰੀ ਲਈ, ਉਸ ਦੀ ਪ੍ਰਫੁੱਲਤਾ ਲਈ ਕੰਮ ਕਰਨਾ। ਹੁਣ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੈ, ਬਣੀ ਪੰਜਾਬੀ ਦੇ ਵਿਕਾਸ ਲਈ ਸੀ, ਪਰ ਉਸ ਨੂੰ ਬਣਦਾ ਬਜਟ ਨਹੀਂ ਮਿਲ ਰਿਹਾ। ਉਹ ਵਿਚਾਰੀ ਆਰਥਿਕ ਪੱਖੋਂ ਇੰਨੀ ਬੁਰੀ ਤਰ੍ਹਾਂ ਪਸੀਜੀ ਹੋਈ ਹੈ ਕਿਉਂਕਿ ਆਪਦਾ ਆਰਥਿਕ ਤੰਗੀਆਂ ਵਿੱਚ ਫਸੀ ਹੋਈ ਪੰਜਾਬੀ ਦਾ ਵਿਕਾਸ ਕਰ ਸਕੇਗੀ। ਇਸ ਕਰਕੇ ਇਹ ਭਾਸ਼ਾ ਜਿਹੜੀ ਹੈਗੀ ਆ, ਖਾਸ ਤੌਰ ਤੇ ਜਿਹੜੀਆਂ ਸਰਕਾਰਾਂ ਨੇ, ਉਹ ਇਸ ਬਾਰੇ ਬਿਲਕੁਲ ਸੰਜੀਦਾ ਨਹੀਂ ਹੈਗੀਆਂ। ਉਹ ਕਹਿੰਦੀਆਂ ਕੁਛ ਨੇ, ਕਰਦੀਆਂ ਕੁਛ ਨਹੀਂ। ਬਿਲਕੁਲ, ਇਸ ਕਰਕੇ ਸਾਨੂੰ ਬਣਦਾ। ਹਾਂਜੀ ਜੀ। ਤੇ ਗਰੇਵਾਲ ਸਾਹਿਬ, ਇਹੋ ਸਵਾਲ ਮੈਂ ਤੁਹਾਡੇ ਤੋਂ ਵੀ ਕਰਾਂਗੀ ਕਿ ਇਹਨਾਂ ਨੇ ਸਰ ਨੇ, ਕਲਸੀ ਸਾਹਿਬ ਨੇ ਯੂਨੀਵਰਸਿਟੀ ਦੀ ਗੱਲ ਕੀਤੀ, ਪੰਜਾਬੀ ਯੂਨੀਵਰਸਿਟੀ ਦੀ। ਉੱਥੇ ਅਸੀਂ ਵੀ ਦੇਖਿਆ ਜਦੋਂ ਅਸੀਂ ਪੜ੍ਹੇ ਹਾਂ ਕਿ ਅਸੀਂ ਜਰਨਲਿਜ਼ਮ ਉੱਥੋਂ ਕੀਤੀ, ਸਾਨੂੰ ਪੰਜਾਬੀ ਦੇ ਵਿੱਚ ਨੋਟਿਸ ਨਹੀਂ ਸੀ ਮਿਲਦੇ ਹੁੰਦੇ। ਸਾਡਾ ਮੀਡੀਅਮ ਸੀ ਪੰਜਾਬੀ ਸੀ ਜਰਨਲਿਜ਼ਮ ਦਾ, ਪਰ ਨੋਟਸ ਸਾਨੂੰ ਅੰਗਰੇਜ਼ੀ ਦੇ ਵਿੱਚ ਹੀ ਮਿਲਦੇ ਹੁੰਦੇ ਸੀ। ਜੀ ਜੀ। ਤੁਸੀਂ ਕਿੱਦਾਂ? ਹਾਂਜੀ, ਇੱਕ ਸਮੱਸਿਆ ਜਿਹੜੀ ਅਸੀਂ ਸਾਹਿਬ ਨੇ ਗੱਲ ਕਰੀ ਹੈ, ਤੁਸੀਂ ਵੀ ਜਿਹੜੀ ਗੱਲ ਕਰੀ ਵੀ ਜਦੋਂ ਤੁਸੀਂ ਪੜ੍ਹਦੇ ਸੀ ਪੰਜਾਬੀ ਸਾਨੂੰ ਨਹੀਂ ਮਿਲਦੇ ਸੀ। ਜਿਹੜੇ ਸਾਡੇ ਬੱਚੇ, ਜਿਵੇਂ ਡਾਕਟਰ ਸਾਹਿਬ ਨੇ ਗੱਲ ਕਰੀ ਆ ਵੀ ਅਲੀਗੜ੍ਹ ਯੂਨੀਵਰਸਿਟੀ ਡਾਕਟਰੀ ਦੀ ਪੜ੍ਹਾਈ ਕਰਦੇ ਆ, ਜਿਵੇਂ ਮੈਂ ਪਿੰਡਾਂ ਦੇ ਸਕੂਲਾਂ ਨਾਲ ਵਾਸਤਾ ਮੇਰਾ, ਇਹੀ ਸਮੱਸਿਆ ਜਿਹੜੀ ਤੁਹਾਨੂੰ ਇਹ ਸਾਡੇ ਸਕੂਲਾਂ ਦੇ ਬੱਚਿਆਂ ਨੂੰ ਆਉਂਦੀ ਹੈ। ਉਹ ਪੰਜਾਬੀ 'ਚ ਪੜ੍ਹਦੇ ਆ 10ਵੀਂ ਤੱਕ, ਜੇ ਉਹਨਾਂ ਨੇ ਨਾਨ ਮੈਡੀਕਲ ਰੱਖਣਾ, ਮੈਡੀਕਲ ਰੱਖਣਾ, ਤਾਂ 11ਵੀਂ 'ਚ ਜਾ ਕੇ ਤੁਰੰਤ ਉਹਨਾਂ ਦਾ ਮੀਡੀਅਮ ਚੇਂਜ ਹੋ ਜਾਂਦਾ। ਉਹ ਬੱਚਿਆਂ ਨਾਲ, ਜਿਹੜੇ ਬੱਚੇ ਬਹੁਤ ਹੁਸ਼ਿਆਰ ਹੁੰਦੇ ਆ ਆਪਣੀ ਭਾਸ਼ਾ ਦੇ ਵਿੱਚ, ਜਿਹੜੇ ਹਰ ਖੇਤਰ ਤੋਂ, ਹਰ ਪਾਸੇ ਤੋਂ ਬੜੇ ਵਧੀਆ ਇੰਟੈਲੀਜੈਂਟ ਬੱਚੇ ਹੁੰਦੇ ਨੇ, ਉਹਨਾਂ ਨੂੰ ਇੱਥੇ ਆ ਕੇ ਇਹੀ ਸਮੱਸਿਆ ਹੁੰਦੀ ਆ। ਤੇ ਇਸੇ ਤਰ੍ਹਾਂ ਹੀ ਜੇ ਕਿਤੇ ਉਹਨਾਂ ਦਾ ਮਾਧਿਅਮ ਉਹਨਾਂ ਦੀ ਭਾਸ਼ਾ ਵਾਲਾ ਹੋਵੇ ਤਾਂ ਉਹ ਬਹੁਤ ਕੁਝ ਵਧੀਆ ਕਰ ਸਕਦੇ ਨੇ। ਇਸੇ ਤਰ੍ਹਾਂ ਹੀ ਜਿਹੜੇ 12ਵੀਂ ਕਰਕੇ ਅੱਗੇ ਪੇਪਰ ਦੇਣੇ, ਉਹਨਾਂ ਨੇ BA ਕਰਕੇ ਕੋਈ PCS ਦਾ ਦੇਣਾ ਜਾਂ IAS ਦਾ ਦੇਣਾ, ਇਹ ਸਮੱਸਿਆ ਤਾਂ ਹੈ ਜਿਹੜੀ ਜੇ ਅਸੀਂ ਉਹੀ ਸਿਲੇਬਸ ਸਿੱਧਾ ਆਪਣੀ ਭਾਸ਼ਾ 'ਚ ਪੜ੍ਹਨਾ ਤਾਂ ਉਹਦਾ ਨਤੀਜਾ ਹੋਰ ਹੋਊਗਾ। ਜੇ ਅਸੀਂ ਪਹਿਲਾਂ ਉਹਨੂੰ ਟ੍ਰਾਂਸਲੇਟ ਕਰਨਾ, ਜ਼ਿਆਦਾ ਸਾਡੀ ਕਮਾਂਡ ਹੋਵੇ ਦੂਜੀ ਭਾਸ਼ਾ ਤੇ ਪੂਰੀ, ਉਹ ਗੱਲ ਵੱਖਰੀ ਹੈ ਹੋਵੇ ਵੀ, ਪਰ ਜਿੱਦਾਂ ਦਾ ਅਸੀਂ ਆਪਣੀ ਭਾਸ਼ਾ ਵਿੱਚ ਸੋਚ ਸਕਦੇ ਹਾਂ, ਜਿੱਦਾਂ ਦੇ ਸ਼ਬਦ ਭੰਡਾਰ ਤੁਹਾਡੇ ਕੋਲ ਆਪਣੀ ਭਾਸ਼ਾ ਦਾ ਹੈਗਾ, ਜਿੱਦਾਂ ਦਾ ਤੁਸੀਂ ਮਹਿਸੂਸ ਭਾਸ਼ਾ 'ਚ ਕਰ ਸਕਦੇ ਹੋ, ਜਿੱਦਾਂ ਦਾ ਤੁਸੀਂ ਭਾਸ਼ਾ ਸੋਚ ਸਕਦੇ ਹੋ, ਤੁਸੀਂ ਜਿੰਨਾ ਮਰਜ਼ੀ ਹੋਰ ਕਿਤੋਂ ਪੜ੍ਹੋ, ਬਹੁਤ ਸਾਰੇ ਏਦਾਂ ਦੇ ਪੰਜਾਬੀ ਭਾਸ਼ਾ ਸ਼ਬਦ ਨੇ ਕਿ ਸ਼ਬਦ ਬੋਲਣ ਸਾਰ ਸਾਡੇ ਅੱਗੇ ਸਾਰਾ ਸੰਸਾਰ ਆ ਜਾਂਦਾ। ਉਹ ਹੋਰ ਭਾਸ਼ਾਵਾਂ ਕੋਲੇ ਉਹ ਸ਼ਬਦ ਹੀ ਨਹੀਂ ਹੈਗੇ। ਅਸੀਂ ਚਾਹੇ ਉਹਦੀ ਟ੍ਰਾਂਸਲੇਟ ਵਾਲੀ ਲੈ ਵੀ ਲਓ, ਤੁਸੀਂ ਟ੍ਰਾਂਸਲੇਟ ਕੀਤਾ ਹੋਇਆ ਮੈਟਰ ਵੀ ਲੈ ਲਓ, ਚਾਹੇ ਤੁਸੀਂ ਪੜ੍ਹ ਵੀ ਲਓ,
ਬਿਲਕੁਲ ਪਰ ਜੋ ਤੁਹਾਨੂੰ ਖਿਆਲ ਸਾਡੀ ਭਾਸ਼ਾ ਦੇ ਸ਼ਬਦਾਂ ਨੇ ਦੇਣਾ, ਜੋ ਸਾਨੂੰ ਅਨੁਭਵ ਇਹਨਾਂ ਨੇ ਦੇਣਾ, ਜੋ ਸਾਡੀ ਵਿਚਾਰ ਇਹਨੇ ਦੇਣੀ ਆ, ਸਾਡੀ ਭਾਸ਼ਾ ਨੇ ਦੇਣੀ, ਉਹ ਨਹੀਂ ਸਾਨੂੰ ਉਸ ਤਰ੍ਹਾਂ ਮਿਲ ਸਕਦਾ। ਸਾਡੀਆਂ ਯੂਨੀਵਰਸਿਟੀਆਂ ਵਿੱਚ ਜਾਂ ਸਾਡੇ ਜੋ ਸਰਕਾਰੀ ਅਦਾਰੇ ਨੇ, ਜਿਸ ਤਰ੍ਹਾਂ ਡਾਕਟਰ ਸਾਹਿਬ ਗੱਲ ਕਰ ਰਹੇ ਸੀ, ਜਦੋਂ ਤੱਕ ਅਸੀਂ ਪੰਜਾਬੀ ਮਾਂ ਬੋਲੀ ਦੇ ਵਿੱਚ ਉਹ ਸਾਰਾ ਮੈਟਰ ਸਾਨੂੰ ਨਹੀਂ ਮਿਲੂਗਾ, ਉਦੋਂ ਤੱਕ ਅਸੀਂ, ਮੈਨੂੰ ਲੱਗਦਾ ਹੁੰਦਾ ਵੀ ਇਹ ਦੋਗਲੀ ਨੀਤੀ ਆ। ਵੀ ਕਹਿਣ ਨੂੰ ਤਾਂ ਹਨਾ ਜੀ, ਅਸੀਂ ਕਹਿੰਦੇ ਆ ਵੀ ਹਾਂਜੀ ਸਾਡਾ ਭਾਸ਼ਾ ਦਾ ਏਦਾਂ ਹੋ ਗਿਆ ਸਾਰਾ ਕੁਝ, ਭਾਸ਼ਾ ਅਸੀਂ ਇੰਨਾ ਵਿਕਾਸ ਹੋ ਗਿਆ ਭਾਸ਼ਾ ਦਾ, ਪਰ ਨਹੀਂ ਆ। ਬੱਚਾ ਵੀ ਵਿੱਚ ਫਸ ਜਾਂਦਾ। ਵੱਡੇ ਤੁਸੀਂ ਜਦੋਂ ਪੜ੍ਹਦੇ ਸੀ ਤੁਹਾਨੂੰ ਵੀ ਮਹਿਸੂਸ ਹੋਇਆ ਹੋਊਗਾ ਤੇ ਸਾਨੂੰ ਵੀ ਮਹਿਸੂਸ ਹੋਇਆ। ਬਿਲਕੁਲ ਗਰੇਵਾਲ ਸਾਹਿਬ, ਮੈਨੂੰ ਹਾਲੇ ਵੀ ਲੱਗਦਾ ਹੁੰਦਾ ਜੀ, ਜਿਸ ਤਰ੍ਹਾਂ ਕਿ ਬਹੁਤ ਸਾਰੀਆਂ ਭਾਸ਼ਾਵਾਂ ਨੇ, ਆਪਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਯੂਨੀਵਰਸਿਟੀਜ਼ ਦੇ ਵਿੱਚ ਵੀ ਜਾਂ ਕਾਲਜਸ ਦੇ ਵਿੱਚ ਉਹ ਚੀਜ਼ਾਂ ਨਹੀਂ ਮਿਲਦੀਆਂ ਜੋ ਸਟੂਡੈਂਟਸ ਨੂੰ ਚਾਹੀਦੀਆਂ ਹੁੰਦੀਆਂ ਨੇ, ਤੇ ਆਪਾਂ ਜ਼ਿਆਦਾਤਰ ਅਸੀਂ ਗੱਲਬਾਤ ਕਰਦੇ ਹਾਂ, ਫਾਰਮਲ ਕਿਸੇ ਨਾਲ ਗੱਲਬਾਤ ਕਰੀਏ ਤਾਂ ਹਰ ਇੱਕ ਨੂੰ ਕਾਲ ਹੁੰਦੀ ਹੈ ਕਿ ਅਸੀਂ ਦੂਸਰੇ ਸ਼ਬਦ ਬੋਲੀਏ, ਤਾਰੂਫ ਬੋਲ ਦਿੰਦੇ ਹਾਂ, ਜਾਣ ਪਛਾਣ ਨਹੀਂ ਬੋਲਦੇ, ਮਕਬੂਲ ਬੋਲ ਦਿੰਦੇ ਹਾਂ, ਪ੍ਰਸਿੱਧ ਨਹੀਂ ਬੋਲਦੇ। ਉਸੇ ਤਰ੍ਹਾਂ ਕੁਝ ਅੰਗਰੇਜ਼ੀ ਦੇ ਸ਼ਬਦ ਅਸੀਂ ਬੋਲ ਦਿੰਦੇ ਹਾਂ ਕਿ ਹਾਂ ਜੀ ਹੈਲੋ ਹਾਈ ਹਾਊ ਆਰ ਯੂ, ਉਸ ਦੀ ਜਗ੍ਹਾ ਅਸੀਂ ਸਤਿ ਸ਼੍ਰੀ ਅਕਾਲ ਨਹੀਂ ਬੋਲਦੇ, ਨਮਸਤੇ ਨਹੀਂ ਬੋਲਦੇ। ਹਿੰਦੀ ਦੇ ਸ਼ਬਦਾਂ ਨੂੰ ਅਸੀਂ ਬੋਲਣ ਦੇ ਵਿੱਚ ਤਵੱਜੋ ਦੇ ਦਿੰਦੇ ਹਾਂ ਕਿ ਹਿੰਦੀ ਦੇ ਸ਼ਬਦ ਬੋਲੀਏ ਕਿ ਆਪ ਕੈਸੇ ਹੋ। ਇਹ ਚੀਜ਼ਾਂ ਬੱਚਿਆਂ ਨੂੰ ਵੀ ਸਕੂਲਾਂ ਦੇ ਵਿੱਚ ਸਿਖਾ ਦਿੱਤੀਆਂ ਜਾਂਦੀਆਂ ਨੇ, ਉਹ ਵੀ ਘਰ ਆ ਕੇ ਬੋਲਦੇ ਨੇ। ਇੱਥੇ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜਾ ਪਾੜਾ ਹੈ ਸਾਡਾ, ਸਾਡੀ ਪੰਜਾਬੀ ਦੇ ਨਾਲ, ਉਹ ਬਹੁਤ ਜ਼ਿਆਦਾ ਵੱਧ ਰਿਹਾ ਹੈ? ਇਹ ਵੱਧ ਰਿਹਾ ਜੀ। ਮੇਰਾ ਖਿਆਲ ਆ ਵੀ ਕਈ ਵਾਰੀ ਜਿਹੜੇ ਸਾਡੇ, ਮੈਨੂੰ ਲੱਗਦਾ ਵੀ ਜਿਹੜੇ ਸਾਡੇ ਪਿੰਡਾਂ ਦੇ ਬੱਚੇ, ਅਸੀਂ ਵੀ ਪਿੰਡਾਂ 'ਚ ਪੜ੍ਹੇ ਹੋਏ ਆ, ਤੇ ਮੈਨੂੰ ਲੱਗਦਾ ਵੀ ਉਹ ਬੱਚੇ ਹਲੇ ਘੱਟ ਦੂਜੀ ਭਾਸ਼ਾ ਅਪਣਾਉਂਦੇ। ਜਿਵੇਂ ਅਸੀਂ ਸ਼ਹਿਰ ਵੀ ਜਾਂਦੇ ਹਾਂ ਜਾਂ ਕਿਤੇ ਵੀ ਜਾਂਦੇ ਹਾਂ, ਜਿਹੜਾ ਇੱਕ ਸ਼ਹਿਰੀ ਬੱਚਾ ਉਹ ਜ਼ਿਆਦਾ ਫਰਕ ਲੱਗ ਰਿਹਾ ਇਸ ਗੱਲ ਦਾ। ਇਹਦੇ ਲਈ ਮੈਨੂੰ ਲੱਗਦਾ ਵੀ ਜਿਵੇਂ ਸਾਡੀਆਂ ਹੁਣ ਅੱਜ ਦੇ ਸਮੇਂ 'ਚ ਜੇ ਅਸੀਂ ਗੱਲ ਕਰਦੇ ਹਾਂ, ਸਾਡਾ ਮੀਡੀਆ ਦੇ ਵਿੱਚ ਸਾਡੀਆਂ ਫਿਲਮਾਂ ਲੈ ਲਓ ਜਾਂ ਸਾਡੇ ਹੋਰ ਸੰਚਾਰ ਦੇ ਸਾਧਨ ਲੈ ਲਓ, ਉਹਨਾਂ ਵਿੱਚ ਵੀ ਜਦੋਂ ਉਹ ਚੀਜ਼ਾਂ ਨੂੰ ਜ਼ਿਆਦਾ ਪ੍ਰਫੁੱਲਿਤ ਕਰਾਂਗੇ, ਜਿਹਦੇ ਵਿੱਚ ਇਹ ਚੱਲ ਕੋਈ ਸਾਡੀ ਪੰਜਾਬੀ ਫਿਲਮ ਹੈ, ਜੇ ਤਾਂ ਉਹਦੇ ਵਿੱਚ ਸ਼ੁੱਧ ਪੰਜਾਬੀ ਦੇ ਸ਼ਬਦਾਂ ਨਾਲ ਆਦਾਨ ਪ੍ਰਦਾਨ ਹੋ ਰਿਹਾ, ਤੁਸੀਂ ਕਿਹਾ ਵੀ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਰਿਸ਼ਤੇ ਨਾਤਿਆਂ 'ਚ ਉਸ ਤਰ੍ਹਾਂ ਇੱਕ ਦੂਜੇ ਨੂੰ ਬੁਲਾ ਰਹੇ ਨੇ, ਉਹ ਚੀਜ਼ਾਂ ਬੱਚਿਆਂ ਤੇ ਬਹੁਤ ਅਸਰ ਕਰਦੀਆਂ। ਜੇ ਉਹਨਾਂ ਫਿਲਮਾਂ ਵਿੱਚ ਜੇ ਸਾਡੇ ਆਪਣੇ ਕਹਿ ਸਕਦੇ ਹਾਂ ਵੀ ਸਾਡੇ ਆਗੂ ਸਾਹਿਬਾਨ ਵੀ ਜਦੋਂ ਗੱਲ ਕਰਦੇ ਜਿਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕਰਨ, ਮੈਨੂੰ ਲੱਗਦਾ ਸਾਡੇ ਨਾਲ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਤਾਂ ਪਿੰਡ ਤੋਂ ਆਏ ਜਦੋਂ ਸਾਡੇ ਨਾਲ ਮੁੰਡੇ ਜਾਂ ਕੁੜੀਆਂ ਜਿਹੜੇ ਸੀ, ਤਾਂ ਪੰਜਾਬੀ ਵਿੱਚ ਹੀ ਸਵੇਰ ਦੀ, ਜਿਵੇਂ ਹੁਣ ਗੁੱਡ ਮਾਰਨਿੰਗ ਬੋਲਦੇ ਆ ਜਾਂ ਏਦਾਂ ਬੋਲਦੇ ਆ, ਪੰਜਾਬੀ ਵਿੱਚ ਹੀ ਸਤਿ ਸ੍ਰੀ ਅਕਾਲ ਬੋਲਦੇ ਸੀ ਜਾਂ ਪੰਜਾਬੀ ਵਿੱਚ ਗੱਲ ਕਰਦੇ ਸੀ। ਉਹ ਚੀਜ਼ਾਂ ਸਾਡੇ ਤੇ ਬਹੁਤ ਅਸਰ ਕਰਦੀਆਂ ਨੇ। ਤੇ ਜੇ ਚੇਂਜ ਹੋ ਰਿਹਾ, ਤਬਦੀਲੀ ਹੋ ਰਹੀ ਹੈ, ਤਾਂ ਮਾਹੌਲ ਨਾਲ ਹੀ ਹੋ ਰਹੀ ਹੈ। ਸਾਰੀਆਂ ਗੱਲਾਂ ਦਾ ਹੀ ਬੱਚੇ ਤੇ ਵੱਡਿਆਂ ਤੇ ਅਸਰ ਹੋ ਰਿਹਾ। ਜੇ ਕਿਤੇ ਕਾਲਜ ਪੜ੍ਹਦੇ ਬੱਚੇ ਨੂੰ ਇਹ ਲੱਗਦਾ ਵੀ ਸ਼ਾਇਦ ਮੈਂ ਪਿੰਡ ਵਾਲੀ ਭਾਸ਼ਾ ਬੋਲ ਕੇ ਪੇਂਡੂ ਲੱਗਦਾ ਤੇ ਥੋੜੇ ਜਿਹੇ ਸ਼ਬਦ ਹੈਲੋ ਹਾਈ ਬੋਲ ਕੇ ਮੈਂ ਜ਼ਿਆਦਾ ਮਾਡਰਨ ਲੱਗਦਾ, ਤਾਂ ਸ਼ਾਇਦ ਇਹ ਸਾਡਾ ਕਈ ਵਾਰੀ ਕੰਪਲੈਕਸ ਕਹਿ ਸਕਦੇ ਹਾਂ ਆਪਣੇ ਆਪ। ਸਾਨੂੰ ਲੱਗਦਾ ਵੀ ਸ਼ਾਇਦ ਅਸੀਂ ਛੋਟੇ ਹੋ ਜਾਂਦੇ ਆ, ਪਰ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ। ਤੇ ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੈ, ਸਾਨੂੰ ਆਪਣੀ ਭਾਸ਼ਾ ਨਾਲ ਪਿਆਰ ਆ, ਤਾਂ ਮੇਰਾ ਖਿਆਲ ਆ ਵੀ ਫਿਰ ਤਾਂ ਅਸੀਂ ਨਹੀਂ ਬਦਲਦੇ, ਫਿਰ ਅਸੀਂ ਉਹੀ ਭਾਸ਼ਾ ਬੋਲਦੇ ਹਾਂ। ਜੀ ਅਗਲਾ ਸਵਾਲ ਮੇਰਾ, ਹਾਂ ਬਿਲਕੁਲ, ਇੱਕ ਮਿੰਟ ਸਰ, ਮੈਂ ਤੁਹਾਡੇ ਵੱਲ ਆਨੀ ਹਾਂ, ਕਲਸੀ ਸਾਹਿਬ ਤੋਂ ਹੈ। ਕਲਸੀ ਸਾਹਿਬ ਜੀ, ਅਕਸਰ ਆਪਾਂ ਦੇਖਦੇ ਹਾਂ ਕਿ ਸਾਨੂੰ ਜਾਂ ਸਾਡੇ ਨਾਲ ਦੇ ਜੋ ਮੁੰਡੇ ਕੁੜੀਆਂ ਨੇ ਜਾਂ ਛੋਟੇ ਜਾਂ ਕੁਝ ਵੱਡੇ ਲੋਕ ਸਾਡੇ ਤੋਂ ਉਮਰ ਦੇ, ਉਹਨਾਂ ਨੂੰ ਪੰਜਾਬੀ ਦੇ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਆਉਂਦਾ, ਉਹਨਾਂ ਨੂੰ ਬੋਲਣਾ ਨਹੀਂ ਆਉਂਦਾ, ਬਿੰਦੀ ਵਾਲੇ ਸ਼ਬਦ ਨਹੀਂ ਉਹਨਾਂ ਨੂੰ ਬੋਲਣੇ ਆਉਂਦੇ, ਕੰਨੇ ਵਾਲੇ ਨਹੀਂ ਪਤਾ ਹੁੰਦੇ ਉਹਨਾਂ ਨੂੰ ਕਿਵੇਂ ਬੋਲਣੇ, ਤੇ ਕੁਝ ਤੇ ਸ਼ਬਦਾਂ ਦੀ ਜਿਹੜੀ ਬੋਲਣ ਦੇ ਵਿੱਚ ਬਹੁਤ ਜ਼ਿਆਦਾ ਗਲਤੀਆਂ ਵੀ ਕਰਦੇ ਨੇ, ਸ਼ਬਦ ਉਹਨਾਂ ਨੂੰ ਸਹੀ ਬੋਲਣੇ ਹੀ ਨਹੀਂ ਆਉਂਦੇ। ਇਸ ਦੇ ਵਿੱਚ ਕੀ ਮੰਨਿਆ ਜਾਵੇ ਕਿ ਗਲਤੀ ਇੱਥੇ ਕਿੱਥੇ ਰਹਿ ਜਾਂਦੀ? ਕਿਉਂਕਿ ਘਰ ਪਹਿਲਾ ਸਕੂਲ ਹੁੰਦਾ ਹੈ, ਔਰ ਉਸ ਤੋਂ ਬਾਅਦ ਜਦੋਂ ਸਕੂਲ ਜਾਂਦੇ ਤੇ ਹੌਲੀ ਹੌਲੀ ਜ਼ਿੰਮੇਵਾਰੀ ਇੱਥੇ ਅਧਿਆਪਕਾਂ ਦੀ ਆ ਜਾਂਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਤੇ ਪਕੜ ਬਣਾਈ ਜਾਵੇ। ਜਸਮੀਤ ਜੀ, ਮੈਂ ਨਾ ਇਹ ਸਾਰੇ ਕਾਸੇ ਦਾ ਜਿਹੜਾ ਸਾਡੀ ਸਰਕਾਰੀ ਜਿਹੜੀ ਸਿੱਖਿਆ ਨੀਤੀ ਹੈ ਉਸ ਦਾ ਮੰਨਦਾ ਹੈ ਜੀ ਕਿ ਪੋਸੀਬਲ ਨਹੀਂ ਹੋ ਸਕਦਾ ਕਿ ਪੰਜਾਬ ਦੇ ਵਿੱਚ ਸਕੂਲ ਐਗਜ਼ਿਸਟ ਕਰਦੇ ਹੁਣ ਤੇ ਪੰਜਾਬੀ ਜੇ ਬੱਚਾ ਸਕੂਲ 'ਚ ਬੋਲੇ ਤੇ ਉਹਨੂੰ ਜੁਰਮਾਨਾ ਹੋ ਜਾਵੇ। ਤੁਸੀਂ ਕਦੇ ਕਿਆਸ ਕਰ ਸਕਦੇ ਹੋ ਗੱਲ ਨੂੰ ਕਿ ਪੰਜਾਬ ਦੇ ਵਿੱਚ ਬੱਚਾ ਪੰਜਾਬੀ ਹੈ, ਸਕੂਲ ਜਾ ਰਿਹਾ, ਜਿਸ ਕਲਾਸ ਦੇ ਵਿੱਚ ਪੰਜਾਬੀ ਬੋਲਦਾ ਉਹਨੂੰ ਫਾਈਨ ਹੋਏਗਾ ਜਾਂ ਉਹਨੂੰ ਰੈਪਰੀਮੈਂਡ ਕੀਤਾ ਜਾਏਗਾ ਟੀਚਰ ਵੱਲੋਂ। ਇਹਦੇ ਲਈ ਤੇ ਸਰਕਾਰ ਨੂੰ ਸਟੈਪਸ ਲੈਣੇ ਚਾਹੀਦੇ ਹਨ ਨਾ। ਮੈਂ ਇਹ ਕਹਿੰਦਾ ਵੀ ਸਰਕਾਰ ਇਹ ਜਿਹੇ ਸਕੂਲ ਕਿਉਂ ਐਗਜ਼ਿਸਟ ਕਰਦੇ ਨੇ ਜਿਹੜੇ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸਾਡੀ ਹਵਾ ਪਾਣੀ ਸਾਡੇ ਕਲਚਰ ਵਿੱਚ ਰਹਿ ਕੇ ਸਾਡਾ ਹੀ ਲੂਣ ਖਾਂਦੇ ਨੇ ਤੇ ਸਾਡੀ ਪੰਜਾਬੀ ਭਾਸ਼ਾ ਨੂੰ ਹੀ ਉੱਥੇ ਪ੍ਰਫੁੱਲਤ ਨਹੀਂ ਹੁੰਦੇ, ਪੰਜਾਬੀ ਪੜ੍ਹਾਈ ਨਹੀਂ ਜਾਂਦੀ। ਠੀਕ ਹੈ, ਬੇਸਿਕਲੀ ਸਿੱਖਿਆ ਦਾ ਮਾਧਿਅਮ ਹੁੰਦਾ ਹੈ ਕਿ ਪਹਿਲਾਂ ਅਸੀਂ ਮਦਰ ਟੰਗ ਨੂੰ ਸਿੱਖਣਾ ਜੀ, ਫਿਰ ਅਸੀਂ ਰਾਸ਼ਟਰੀ ਭਾਸ਼ਾ ਸਿੱਖਣੀ ਹੈ, ਫਿਰ ਅਸੀਂ ਕੋਈ ਅੰਤਰਰਾਸ਼ਟਰੀ ਭਾਸ਼ਾ ਸਿੱਖਣੀ ਹੈ, ਫਿਰ ਉਸ ਤੋਂ ਬਿਯੋਂਡ ਅੰਤਰਰਾਸ਼ਟਰੀ ਕਿੰਨੀਆਂ ਭਾਸ਼ਾਵਾਂ ਨੇ ਸਿੱਖ ਜਾਈਏ ਅਸੀਂ, ਜਾਂ ਸਾਡੇ ਬਾਕੀ ਜਿਹੜੀਆਂ 28 ਸਟੇਟਾਂ ਨੇ ਕਿਸੇ ਹੋਰ ਅਸੀਂ ਸੂਬੇ ਦੀ ਭਾਸ਼ਾ ਵੀ ਸਿੱਖ ਸਕਦੇ ਹਾਂ। ਤਾਂ ਜਿਹੜਾ ਸਾਡਾ ਸਿੱਖਿਆ ਦਾ ਮਾਧਿਅਮ ਜਿੰਨੇ ਪਬਲਿਕ ਸਕੂਲ ਨੇ, ਕਨਵੈਂਟ ਸਕੂਲ ਨੇ, ਉਹਨਾਂ ਦਾ ਉਲਟਾ ਹੈ। ਚਾਹੀਦਾ ਪਹਿਲਾਂ ਪੰਜਾਬੀ, ਫਿਰ ਰਾਸ਼ਟਰੀ ਭਾਸ਼ਾ ਹਿੰਦੀ, ਫਿਰ ਅੰਗਰੇਜ਼ੀ। ਉੱਥੇ ਕੀ ਹੁੰਦਾ, ਪਹਿਲਾਂ ਅੰਗਰੇਜ਼ੀ
ਫਿਰ ਹਿੰਦੀ, ਫਿਰ ਬਿਲਕੁਲ ਪੰਜਾਬੀ। ਬਿਲਕੁਲ ਤੀਸਰੇ ਨੰਬਰ ਤੇ ਆ ਜਾਂਦੀ ਹੈ। ਤੇ ਸਾਡੇ ਨਾਲ ਇਸ ਡਿਸਕਸ਼ਨ ਦੇ ਵਿੱਚ ਅਜੀਤ ਕੰਵਲ ਹਮਦਰਦ ਵੀ ਜੁੜ ਚੁੱਕੇ ਨੇ ਜੋ ਪ੍ਰੋਫੈਸਰ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਸਰ। ਤੇ ਮੇਰਾ ਸਵਾਲ ਤੁਹਾਡੇ ਤੇ ਇਹ ਹੈ ਕਿ ਅੱਜ ਪੰਜਾਬੀ ਮਾਂ ਬੋਲੀ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ ਤੇ ਇਸ ਵਕਤ ਪੰਜਾਬ ਦੇ ਵਿੱਚ ਖਾਸ ਕਰਕੇ ਜੋ ਪੰਜਾਬੀ ਦੇ ਲਈ ਜਾਣਿਆ ਜਾਂਦਾ ਸੂਬਾ, ਬਹੁਤ ਸਾਰੀਆਂ ਊਣਤਾਈਆਂ ਇਸੇ ਸੂਬੇ ਦੇ ਵਿੱਚ ਪਾਈਆਂ ਜਾਂਦੀਆਂ ਨੇ। ਪੰਜਾਬੀ ਬੋਲਣ ਦੇ ਵਿੱਚ ਵੀ ਆਉਂਦੀਆਂ ਨੇ, ਲਿਖਣ ਦੇ ਵਿੱਚ ਵੀ ਆਉਂਦੀਆਂ ਨੇ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਮਿਹਰਬਾਨੀ ਜੀ ਸਰ। ਮੈਨੂੰ ਪ੍ਰੋਗਰਾਮ ਦੇ ਵਿੱਚ ਮੌਕਾ ਦਿੱਤਾ। ਊਣਤਾਈਆਂ ਦੀ ਗੱਲ ਕਰਨ ਤੋਂ ਪਹਿਲੇ ਮੈਂ ਸਭ ਤੋਂ ਪਹਿਲਾਂ ਇੱਕ ਵਿਸ਼ੇਸ਼ ਗੱਲ ਕਰਾਂਗਾ ਕਿ ਹਰ ਵਿਅਕਤੀ ਦੀ ਹੋਂਦ ਹੁੰਦੀ ਹੈ ਜੀ। ਤੇ ਹੋਂਦ ਮੇਰੀ ਪ੍ਰਮੁੱਖ ਮੇਰੀ ਹੋਂਦ ਹੈ ਤਾਂ ਜੀ। ਮੇਰੀ ਪੰਜਾਬੀਅਤ ਹੋਂਦ ਹੈ। ਮੈਂ ਪੰਜਾਬੀ ਹਾਂ, ਮੇਰੀ ਹੋਂਦ ਪੰਜਾਬੀਅਤ ਹੈ ਜੀ। ਤੇ ਕੇਵਲ ਮੇਰੀ ਮਾਂ ਬੋਲੀ ਹੀ ਮੇਰੀ ਇਸ ਪੰਜਾਬੀਅਤ ਦੇ ਵਿੱਚ ਮੇਰੀ ਹੋਂਦ ਵਜੋਂ ਬਰਕਰਾਰ ਰੱਖ ਸਕਦੀ ਹੈ। ਤੇ ਮੈਂ ਹਰ ਕੁਝ ਕਰਾਂਗਾ ਜਿਹੜਾ ਮੇਰੀ ਮਾਂ ਬੋਲੀ ਦੇ ਵਿਕਾਸ ਲਈ ਤੇ ਉਹਦੇ ਪ੍ਰਚਾਰ ਤੇ ਹੋਏਗਾ। ਜੀ। ਮੈਂ ਹਰ ਉਹ ਕਦਮ ਉਠਾਵਾਂਗਾ, ਹਰ ਉਸ ਵਿਅਕਤੀ ਤੱਕ ਪਹੁੰਚ ਕਰਾਂਗਾ, ਹਰ ਉਸ ਗੱਲ ਨੂੰ ਕੰਟੂ ਕਰਾਂਗਾ ਜਿੱਥੇ ਮੇਰੀ ਮਾਂ ਬੋਲੀ ਪੰਜਾਬੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਧੱਕਾ ਲੱਗਦਾ, ਪਛਾੜਿਆ ਜਾਂਦਾ। ਬੇਸ਼ੱਕ ਉਹ ਸਾਡੇ ਘਰਾਂ ਦੇ ਵਿੱਚ ਹੋਏ ਜੀ, ਬੇਸ਼ੱਕ ਉਹ ਸਾਡੇ ਸੁਗਿਰਦ ਦੇ ਵਿੱਚ ਹੋਏ ਜਾਂ ਸਰਕਾਰੀ ਦਫ਼ਤਰ। ਮੇਰਾ ਇਹ ਫਰਜ਼ ਬਣਦਾ ਹੈ ਕਿ ਮੈਂ ਆਪਣੀ ਮਾਂ ਬੋਲੀ ਵਾਸਤੇ, ਕਿਉਂਕਿ ਮੈਂ ਆਪਣੀ ਹੋਂਦ ਪੰਜਾਬੀਅਤ ਜਿਹੜੀ ਹੈਗੀ ਆ ਉਹ ਦੁਨੀਆ ਦੇ ਵਿੱਚ ਬਰਕਰਾਰ ਰੱਖਣੀ ਹੈ। ਜੀ, ਕਿਉਂਕਿ ਮੇਰੀ ਪੰਜਾਬੀਅਤ ਤਦੇ ਹੀ ਬਰਕਰਾਰ ਰਹਿ ਸਕਦੀ ਹੈ ਜੇ ਮੈਂ ਆਪਣੀ ਮਾਂ ਬੋਲੀ ਨੂੰ ਆਪਣੇ ਗਲ ਨਾਲ ਲਾ ਕੇ ਰੱਖਾਂਗਾ ਔਰ ਪਿਆਰ ਕਰਾਂਗਾ ਔਰ ਇਸ ਨੂੰ ਵਿਕਸਿਤ ਕਰਨ ਵਾਸਤੇ ਮੈਂ ਉਪਰਾਲੇ ਕਰਾਂਗਾ। ਬਿਲਕੁਲ। ਸਾਡੇ ਸਭ ਤੋਂ ਪਹਿਲੇ ਘਰਾਂ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਉਹ ਅਸੀਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਤੋਂ ਕਈ ਵਾਰੀ ਗੁਰੇਜ਼ ਕਰਦੇ ਹਾਂ। ਬਿਲਕੁਲ। ਇਹਦਾ ਮਤਲਬ ਇਹ ਹੈਗਾ ਕਿ ਅਸੀਂ ਆਪਣੀ ਹੋਂਦ ਦੱਸਣ ਵਾਸਤੇ, ਆਪਣੀ ਹੋਂਦ ਕਾਇਮ ਰੱਖਣ ਵਾਸਤੇ ਜ਼ਿੰਦਗੀ ਭਰ ਲਈ ਅਸੀਂ ਆਪ ਉਹਦੇ ਆਪਣੇ ਪੈਰਾਂ ਤੇ ਕੁਲਹਾੜੀ ਮਾਰ ਰਹੇ ਹਾਂ। ਜੀ ਬਿਲਕੁਲ। ਪੰਜਾਬੀ ਭਾਸ਼ਾ ਨਾਲ ਹਰ ਇੱਕ ਵਿਅਕਤੀ ਦਾ ਪਿਆਰ ਹੋਣਾ ਬਹੁਤ ਲਾਜ਼ਮੀ ਹੈ। ਇਹਨੂੰ ਬੋਲਣ ਦੇ ਵਿੱਚ ਫਖਰ ਮਹਿਸੂਸ ਕਰਨਾ ਚਾਹੀਦਾ ਹੈ। ਇੱਥੇ ਵਿਕਾਸ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਥੋੜਾ ਪਾਏ ਜਿੱਦਾਂ ਮਰਜ਼ੀ ਪਾਏ। ਬੁੱਧੀਜੀਵੀ ਅੱਜ ਵੱਖ-ਵੱਖ ਪਲੇਟਫਾਰਮਸ ਤੇ ਬਹੁਤ ਯਤਨ ਕਰ ਰਹੇ ਨੇ ਔਰ ਉਹ ਇਹਦੇ ਵਿੱਚ ਸਕਸੈਸਫੁਲ ਵੀ ਨੇ। ਉਹ ਇਸ ਕਰਕੇ ਸਕਸੈਸਫੁਲ ਨੇ ਕਿਉਂਕਿ ਉਹਨਾਂ ਨੇ ਇਸ ਚੀਜ਼ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਚਾਰਨਾ ਸ਼ੁਰੂ ਕੀਤਾ ਹੈ। ਬਿਲਕੁਲ। ਸਾਡੀ ਸਭ ਤੋਂ ਪਹਿਲੀ ਡਿਊਟੀ ਬਣਦੀ ਹੈ ਇਹ ਜਿਹੜੇ ਵੀ ਲੋਕ ਸੰਚਾਰ ਮਾਧਿਅਮਾਂ ਦੇ ਵਿੱਚ ਕਮਿਊਨੀਕੇਸ਼ਨ ਦੇ ਵਿੱਚ ਜੁੜੇ ਹੋਏ ਨੇ ਕਿ ਵੱਧ ਤੋਂ ਵੱਧ ਅਸੀਂ ਪੰਜਾਬੀ ਦੇ ਪ੍ਰਤੀ ਪਿਆਰ ਨੂੰ ਵਿਕਸਿਤ ਕਰੀਏ। ਬਿਲਕੁਲ। ਕਿਉਂਕਿ ਸਰ ਇੱਥੇ ਇੱਕ ਸਭ ਤੋਂ ਵੱਡੀ, ਮਾਫ ਕਰਨਾ ਮੈਂ ਤੁਹਾਨੂੰ ਟੋਕ ਰਹੀ ਹਾਂ, ਹਾਂਜੀ ਬਿਲਕੁਲ, ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਸਰਕਾਰਾਂ ਦੀ ਬਣਦੀ ਹੈ। ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਕਿਉਂ ਨਾ ਹੋਏ, ਪਰ ਅਸੀਂ ਅਕਸਰ ਦੇਖਦੇ ਹਾਂ ਕਿ ਸਰਕਾਰ ਦੇ ਸਰਕੂਲਰ ਹੀ ਜਿਹੜੇ ਨੇ ਉਹ ਹਿੰਦੀ ਦੇ ਵਿੱਚ ਹੁੰਦੇ ਨੇ। ਪੰਜਾਬੀ ਭਾਸ਼ਾ ਦਿਵਸ ਮਨਾ ਲਿਆ ਜਾਂਦਾ ਹੈ, ਪੰਜਾਬੀ ਨੂੰ ਪ੍ਰਫੁੱਲਤ ਕਰਨ ਦੇ ਵਾਅਦੇ ਕਰ ਲਏ ਜਾਂਦੇ ਨੇ, ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਵੀ ਕਰ ਲਈਆਂ ਜਾਂਦੀਆਂ, ਪਰ ਖੁਦ ਦੇ ਸਰਕੂਲਰ ਇੰਗਲਿਸ਼ ਦੇ ਵਿੱਚ ਹੁੰਦੇ ਨੇ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਉੱਥੇ ਵੀ ਅਸੀਂ ਯਤਨ ਕਰਨਾ ਹੈ। ਉੱਥੇ ਯਤਨ ਕੀਤੇ ਜਾ ਰਹੇ ਨੇ, ਬਹੁਤ ਲੋਕ ਯਤਨ ਕਰ ਰਹੇ ਨੇ ਜੀ, ਪਰ ਮੇਰੀ ਬੇਨਤੀ ਸਿਰਫ ਇਹ ਹੈਗੀ ਹੈ ਕਿ ਜਿੰਨੀ ਦੇਰ ਤੱਕ ਅਸੀਂ ਆਪਣੇ ਘਰਾਂ ਦੇ ਵਿੱਚ ਇਸ ਚੀਜ਼ ਨੂੰ ਪ੍ਰਚਲਿਤ ਨਹੀਂ ਕਰਾਂਗੇ, ਦਿਲੋਂ ਲੱਗ ਨਹੀਂ ਕਰਾਂਗੇ, ਤੇ ਤੱਕ ਸਾਨੂੰ ਕੋਈ ਵੀ ਇਹ ਹੱਕ ਨਹੀਂ ਬਣਦਾ ਕਿ ਅਸੀਂ ਸਰਕਾਰ ਨੂੰ ਜਾ ਕੇ ਇਹ ਆਖੀਏ ਕਿ ਜੀ ਤੁਸੀਂ ਆਹ ਨਹੀਂ ਕੀਤਾ ਜੀ। ਮੈਂ ਆਪਣੇ ਬੱਚਿਆਂ ਨੇ ਕੀ ਕੀਤਾ? ਸਭ ਤੋਂ ਪਹਿਲੇ ਆਪਣੇ ਘਰ ਦੇ ਵਿੱਚ ਛੋਟੇ ਬੱਚਿਆਂ ਜਿੰਨੀ ਦੇਰ ਤੱਕ ਮੈਂ ਪੰਜਾਬੀ ਨਹੀਂ ਸਿਖਾਉਂਦਾ ਜਾਂ ਪੰਜਾਬੀ ਦੇ ਬਰਾਬਰ ਉਹਨੂੰ ਅੰਗਰੇਜ਼ੀ ਦੇ ਵਿੱਚ ਆਪ ਘਰ ਦੇ ਵਿੱਚ ਬੋਲ ਕੇ ਉਹਨੂੰ ਖੁਸ਼ੀ ਮਹਿਸੂਸ ਕਰ, ਉਨੀ ਦੇਰ ਤੱਕ ਕੁਝ ਨਹੀਂ ਹੋਣ ਵਾਲਾ। ਸਰਕਾਰ ਦਾ ਜਿਹੜਾ ਪੁਆਇੰਟ ਹੈ ਬਿਲਕੁਲ ਦਰੁਸਤ ਹੈ। ਇਹਦੇ ਵਾਸਤੇ ਸਮੇਂ-ਸਮੇਂ ਬਹੁਤ ਸਰਕਾਰਾਂ ਨੇ
ਇਹ ਨੋਟੀਫਿਕੇਸ਼ਨਸ ਵੀ ਕੱਢੀਆਂ ਹੈ ਕਿ ਸਾਰਾ ਜਿਹੜਾ ਕੰਮਕਾਜ ਹੈਗਾ ਹੈ ਉਹ ਪੰਜਾਬੀ ਦੇ ਵਿੱਚ ਹੋਇਆ ਕਰੇਗਾ। ਬਤੌਰ ਇੱਕ ਸਰਕਾਰੀ ਅਫਸਰ ਦੇ ਤੌਰ ਤੇ ਮੈਂ ਜਿੰਨਾ ਕੰਮ ਕੀਤਾ ਹੈ, ਅਸੀਂ ਆਪਣਾ ਕੰਮ ਜਿਹੜਾ ਹੈਗਾ ਬਾਖੂਬੀ ਪੰਜਾਬੀ ਦੇ ਵਿੱਚ ਫਾਈਲ ਵਰਕ ਕਰਦੇ ਰਹੇ ਹੈਗੇ ਤੇ ਕਿਤੇ ਨਾ ਕਿਤੇ ਥੋੜੀ ਜਿਹੀ ਦਿੱਕਤ ਉਦੋਂ ਆਉਂਦੀ ਹੈ ਜਦੋਂ IAS ਆਫੀਸਰਸ ਜਿਹੜੇ ਨੇ ਉਹ ਆਪਣਾ ਕੰਮ ਪੰਜਾਬੀ ਦੇ ਵਿੱਚ ਨਾ ਕਰਕੇ ਅੰਗਰੇਜ਼ੀ ਦੇ ਵਿੱਚ ਕਰਿਆ ਕਰਦੇ ਨੇ। ਪਰ ਬਹੁਤ ਸਾਰੇ ਇਹ ਵੀ ਦੱਸਦੇ ਆ ਕਿ ਬਹੁਤ ਸਾਰੇ ਦੂਜੀਆਂ ਸਟੇਟਾਂ ਦੇ ਜਿਹੜੇ IAS ਆਫੀਸਰਸ ਪੰਜਾਬ ਕੈਡਰ ਚ ਆਏ ਹੋਏ ਨੇ ਉਹ ਇੰਨੀ ਖੂਬਸੂਰਤ ਪੰਜਾਬੀ ਬੋਲਦੇ ਨੇ ਔਰ ਇੰਨੀ ਖੂਬਸੂਰਤ ਪੰਜਾਬੀ ਲਿਖਦੇ ਨੇ ਕਿ ਮੈਂ ਕਿਆ ਕਹਿਣਾ ਉਸ ਚੀਜ਼। ਬਿਲਕੁਲ ਬਿਲਕੁਲ, ਇਹ ਬਹੁਤ ਐਪਰੀਸ਼ੀਏਟ ਕਰਨ ਵਾਲੀ ਗੱਲ ਹੈ। ਬਿਲਕੁਲ ਬਿਲकुल सर। मैं बतौर पंजाबी अपने बच्चियां नूं पंजाबी सिखाउण दे हक दे विच हमेशा रहा हैगा। जिन्नी मैक्सिमम पंजाबी लिटरेचर दे नाल उन्हां दी वाबस्तगी करना बहुत जरूरी है। पंजाबी पढ़ाउणा ते है ही है जरूरी जी। ते जिन्नी देर तक असीं इह नहीं करांगे, साडे बहुत सारे बच्चे असीं पंजाबी दा नारा लाई जांदे आ ਜਿਹੜੇ ਇੱਕ ਏਜ ਪਾਸ ਹੈਗਾ ਉਹਦੇ ਵਿੱਚ ਤੇ ਜਿਹੜੇ ਸਾਡੇ ਆਉਣ ਵਾਲੇ ਆਏ ਹੋਏ ਨਵੀਆਂ ਨੌਕਰੀਆਂ ਦੇ ਵਿੱਚ ਨੇ ਉਹਨਾਂ ਦਾ 10ਵੀਂ ਪੰਜਾਬੀ ਕਰਨ ਤੋਂ ਬਾਅਦ ਅੱਗੇ ਪੰਜਾਬੀ ਪੜ੍ਹਨ ਦਾ ਕੋਈ ਰੁਝਾਨ ਨਹੀਂ ਹੁੰਦਾ, ਸਿਰਫ ਨੌਕਰੀ ਲੈ ਕੇ ਬੈਠ ਜਾਂਦੇ ਆ। ਉਹ ਈਜ਼ੀ ਕਰਦੇ ਨੇ ਜਦੋਂ ਉਹ ਅੰਗਰੇਜ਼ੀ ਦੇ ਵਿੱਚ ਕੰਮ ਕਰਦੇ ਨੇ। ਇਹੋ ਹੀ ਚੀਜ਼ ਹੈ ਪੰਜਾਬੀ ਨੂੰ ਪਿਆਰ ਕਰਨਾ ਤੇ ਪੰਜਾਬੀ ਨੂੰ ਪਿਆਰ ਨਾ ਕਰਨਾ। ਜਦੋਂ ਅਸੀਂ ਪੰਜਾਬੀ ਨੂੰ ਪਿਆਰ ਕਰਾਂਗੇ ਪੰਜਾਬੀ ਸਾਨੂੰ ਆਸਾਨ ਲੱਗੇਗੀ। ਮੈਂ ਹਰ ਚੀਜ਼ ਜਿਹੜੀ ਹੈਗੀ ਉਹ ਪੰਜਾਬੀ ਦੇ ਵਿੱਚ ਸੋਚਦਾ ਜੀ ਤੇ ਆਪਣੀ ਗੱਲ ਜਿਹੜੀ ਹੈਗੀ ਉਹ ਪੰਜਾਬੀ ਦੇ ਵਿੱਚ ਅੱਛੇ ਤਰੀਕੇ ਦੇ ਨਾਲ ਕਨਵੇ ਕਰ ਸਕਦਾ ਜੀ ਜੀ। ਜਿੰਨੀ ਦੇਰ ਤੱਕ ਅਸੀਂ ਬੱਚਿਆਂ ਦੇ ਵਿੱਚ ਇਹ ਚੀਜ਼ ਨਹੀਂ ਭਰਾਂਗੇ ਆਪਣੇ ਜੀ ਸਕੂਲ ਵਿੱਚ ਤੋਂ ਪਹਿਲੇ ਜਿਹੜਾ ਦੇ ਵਿੱਚ ਪੰਜਾਬੀ ਦੇ ਨਾਲ ਕੋਈ ਵਿਤਕਰਾ ਹੁੰਦਾ ਹੈ ਜੀ, ਉਹ ਸਭ ਤੋਂ ਪਹਿਲਾ ਪੁਆਇੰਟ ਹੈ ਉੱਥੇ ਉਹ ਉਠਾਇਆ ਜਾਏ। ਇਹਦੇ ਵਾਸਤੇ ਜੀ ਸਰ ਮੈਂ ਤੁਹਾਡੇ ਕੋਲ ਫਿਰ ਆਣੀ ਹੈ। ਸਾਡੇ ਨਾਲ ਦੋ ਗੈਸਟ ਹੋਰ ਜੁੜੇ ਹੋਏ ਨੇ, ਇੱਕ ਵਾਰ ਉਹਨਾਂ ਦੇ ਵੀ ਸਵਾਲ ਲਵਾਂ। ਕਲਸੀ ਸਾਹਿਬ, ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਅਸੀਂ ਅਕਸਰ ਕਹਿੰਦੇ ਆ ਕਿ ਪੰਜਾਬੀ ਲੋਕਾਂ ਨੂੰ ਆਉਂਦੀ ਨਹੀਂ, ਪ੍ਰੋਪਰ ਤਰੀਕੇ ਨਾਲ ਬੋਲਣੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ। ਦੂਸਰੀਆਂ ਸਟੇਟਸ ਦੇ ਜੋ ਲੋਕ ਸਾਡੇ ਸੂਬੇ ਦੇ ਵਿੱਚ ਆ ਜਾਂਦੇ ਨੇ, ਪੰਜਾਬ 'ਚ ਆ ਜਾਂਦੇ ਨੇ, ਉਹ ਪੰਜਾਬੀ ਬੜੀ ਸੋਹਣੀ ਬੋਲਣੀ ਸਿੱਖ ਜਾਂਦੇ ਨੇ, ਲਿਖਣੀ ਵੀ ਸਿੱਖ ਜਾਂਦੇ ਨੇ। ਸਾਡੇ ਆਪਣੇ ਲੋਕਾਂ ਨੂੰ ਆਉਂਦੀ ਨਹੀਂ। ਅੱਜ ਮੈਂ ਇਹ ਦੋ ਕਲਰ ਦੇ ਕੱਪੜੇ ਵੀ ਇਸੇ ਕਰਕੇ ਪਾਏ ਨੇ ਕਿਉਂਕਿ ਅੱਜ ਦਿਹਾੜਾ ਆ। ਅਸੀਂ ਇਸ ਬਲੈਕ ਜੋ ਹਨੇਰਾ ਉਸ ਦੇ ਵੱਲ ਜਾ ਰਹੇ ਹਾਂ ਪੰਜਾਬੀ ਨੂੰ ਲੈ ਕੇ, ਤੇ ਇਸ ਨੂੰ ਲਾਈਟਨ ਅਪ ਕਰਨ ਲਈ ਜੋ ਵਾਈਟ ਸਾਈਡ ਹੈ ਉਸ ਦੇ ਵੱਲ ਆਉਣ ਲਈ ਸਾਨੂੰ ਕਿਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਕਰਨੇ ਚਾਹੀਦੇ ਨੇ? ਬਹੁਤ ਸਾਰੀਆਂ ਗੱਲਾਂ ਤਾਂ ਮੈਂ ਸਰਕਾਰ ਦੀਆਂ ਨੀਤੀਆਂ ਬਾਰੇ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਚੁੱਕਾ ਹੈਗਾ ਕਿ ਅਸੀਂ, ਕਿਉਂਕਿ ਪਿੱਛੇ ਇੱਕ ਯੂਨੈਸਕੋ ਦੀ ਰਿਪੋਰਟ ਵੀ ਆਈ ਸੀ ਉਹਦੇ 'ਚ ਖਤਰਾ ਦਿੱਤਾ ਗਿਆ ਸੀ ਕਿ ਵਿਸ਼ਵੀਕਰਨ ਦੇ ਦੌਰ ਦੇ ਵਿੱਚ ਕੋਈ 1500 ਭਾਸ਼ਾਵਾਂ ਨੇ ਜਿਹੜੀਆਂ ਇਸ ਦੁਨੀਆ ਤੋਂ ਲੋਪ ਹੋ ਜਾਣਗੀਆਂ, ਜਿਸ 'ਚ ਪੰਜਾਬੀ ਵੀ ਹੈਗੀ ਹੈ। ਔਰ ਪਾਤਰ ਸਾਹਿਬ ਨੇ ਵੀ ਇੱਕ ਬਹੁਤ ਬਾਖੂਬ ਇਹ 'ਤੇ ਲਿਖਿਆ ਹੈਗਾ ਕਿ ਮਰ ਰਹੀ ਹੈ ਮੇਰੀ ਪੰਜਾਬੀ ਭਾਸ਼ਾ ਸ਼ਬਦ ਸ਼ਬਦ, ਮਰ ਰਹੀ ਹੈ ਮੇਰੀ ਪੰਜਾਬੀ ਭਾਸ਼ਾ ਵਾਕ ਵਾਕ। ਤੇ ਇਸ ਕਰਕੇ ਇਸ ਦਿਹਾੜੇ ਦੇ ਉੱਪਰ ਸਾਨੂੰ ਸਾਰਿਆਂ ਨੂੰ ਹੀ ਇਹ ਪ੍ਰਤੀਗਿਆ ਕਰਨੀ ਬਣਦੀ ਹੈਗੀ ਹੈ ਕਿ ਜਿਹੜੀ ਮਾਤ ਭਾਸ਼ਾ ਹੈ ਇਸ ਤੋਂ ਵਧੀਆ ਕੋਈ ਹੋਰ ਮਾਧਿਅਮ ਨਹੀਂ ਹੁੰਦਾ ਜਿਹੜਾ ਕਿਸੇ ਵਿਅਕਤੀ ਦੀ ਸ਼ਖਸੀਅਤ ਦੇ ਜੋ ਡਿਵੈਲਪਮੈਂਟ ਹੋ ਸਕਦੀ ਹੈ, ਜੋ ਉਹਦੇ ਗਿਆਨ ਦਾ ਆਧਾਰ ਹੋ ਸਕਦਾ ਹੈ। ਅਸੀਂ ਕਹਿੰਦੇ ਕਿ ਸਾਰੀਆਂ ਭਾਸ਼ਾਵਾਂ ਦੂਜੀਆਂ ਵੀ ਚੰਗੀਆਂ ਨੇ, ਪਰ ਪਹਿਲਾਂ ਮਾਂ ਬੋਲੀ ਵਿੱਚ ਅਸੀਂ ਪਰਿਪੱਕ ਹੋ ਜਾਈਏ, ਉਹਨਾਂ ਤੋਂ ਬਾਅਦ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ। ਅਸੀਂ ਰਾਸ਼ਟਰੀ ਭਾਸ਼ਾ ਵੀ ਸਿੱਖ ਸਕਦੇ ਹਾਂ, ਅੰਤਰਰਾਸ਼ਟਰੀ ਭਾਸ਼ਾਵਾਂ ਵੀ ਸਿੱਖ ਸਕਦੇ ਹਾਂ। ਪਰ ਇਹਦੇ ਸਾਨੂੰ ਸਰਕਾਰਾਂ ਦਾ ਜਿਹੜਾ ਰੋਲ ਹੈਗਾ ਉਹਦੇ ਤੇ ਸਾਨੂੰ ਜ਼ਰੂਰ ਧਿਆਨ ਦੇਣ ਦੀ ਲੋੜ ਹੈਗੀ ਹੈ ਕਿ ਸਰਕਾਰਾਂ ਆਪਣਾ ਬਣਦਾ ਫਰਜ਼ ਨਿਭਾਉਣ। ਜਿਹੜੀਆਂ ਆਪਾਂ ਜ਼ਿਕਰ ਕੀਤਾ ਸੀਗਾ ਕਿ ਜਿੰਨਾ ਚਿਰ ਸਰਕਾਰ ਜਾਂ ਸਾਡੀ ਸਿੱਖਿਆ ਨੀਤੀ ਇਹਦੇ ਵਿੱਚ ਤਬਦੀਲੀਆਂ ਨਹੀਂ ਆਉਂਦੀਆਂ, ਉਨੀ ਦੇਰ ਤੱਕ ਸਾਡੀ ਪੰਜਾਬੀ ਹੈ ਜਿਹੜੀ ਉਸ ਤਰ੍ਹਾਂ ਦੀ ਪ੍ਰਫੁੱਲਤ ਨਹੀਂ ਹੋ ਸਕਦੀ। ਬਿਲਕੁਲ ਅਜੀਤ ਸਾਹਿਬ, ਮੈਂ ਤੁਹਾਡੇ ਤੋਂ ਵੀ ਇਹੋ ਸਵਾਲ ਕਰਾਂਗੀ ਕਿ ਕਿਸ ਤਰ੍ਹਾਂ ਦੇ ਨਾਲ ਸਾਨੂੰ ਇੱਕ ਬਲੈਕ ਸਾਈਡ ਤੋਂ ਲੈ ਕੇ ਸਾਨੂੰ ਲਾਈਟ ਸਾਈਡ ਵੱਲ ਆਉਣਾ ਚਾਹੀਦਾ? ਮੈਨੂੰ ਸਵਾਲ ਨਹੀਂ ਆਇਆ, ਮੈਨੂੰ ਪੁੱਛਿਆ। ਬਿਲਕੁਲ ਸਰ, ਮੈਂ ਕਹਿ ਰਹੀ ਹਾਂ ਕਿ ਪੰਜਾਬੀ ਹੈ ਸਾਡੀ ਜਿਹੜੀ ਹਨੇਰੇ ਵੱਲ ਜਾ ਰਹੀ ਹੈ, ਇਸ ਨੂੰ ਰੋਸ਼ਨੀ ਦੇ ਵੱਲ ਲੈ ਕੇ ਆਉਣ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ, ਠੋਸ ਉਪਰਾਲੇ ਕਰਨੇ ਚਾਹੀਦੇ ਨੇ? ਤੁਸੀਂ ਇਹ ਨਾ ਕਹੋ ਕਿ ਹਨੇਰੇ ਵੱਲ ਜਾ ਰਹੀ ਹੈ, ਇਹ ਚੀਜ਼ ਤਕਲੀਫ ਦਿੰਦੀ ਹੈ ਸਾਨੂੰ। ਬਿਲਕੁਲ ਤਕਲੀਫ ਦਿੰਦੀ ਸਰ ਜਾ ਰਹੀ ਹੈ। ਹਾਂ, ਪੰਜਾਬੀ ਉਨੀ ਪ੍ਰਚਲਿਤ ਨਹੀਂ ਰਹਿ ਰਹੀ ਜਿੰਨੀ ਹੋਣੀ ਚਾਹੀਦੀ ਹੈ ਜੀ। ਇਹਦੇ ਸਭ ਤੋਂ ਪਹਿਲੇ ਇਹਦੇ ਵਧਾਵੇ ਵਾਸਤੇ ਸਾਨੂੰ ਨਿੱਜੀ ਤੌਰ ਤੇ ਹਰ ਇੱਕ ਵਿਅਕਤੀ ਨੂੰ, ਹਰ ਇੱਕ ਪੰਜਾਬੀ ਜੋ ਪੰਜਾਬੀ ਜਿਹਦੀ ਮਾਂ ਬੋਲੀ ਹੈ, ਉਹਨੂੰ ਪੰਜਾਬੀ ਨਾਲ ਖੁਦ ਪਹਿਲੇ ਪਿਆਰ ਕਰਨਾ ਪਏਗਾ ਜੀ।
ਆਪਣੇ ਬੱਚਿਆਂ ਨੂੰ ਪਿਆਰ ਕਰਵਾਉਣਾ ਪਏਗਾ। ਬਿਲਕੁਲ। ਤੇ ਜਿੱਥੋਂ ਸਕੂਲ ਲੈਵਲ ਤੇ ਕਿਤੇ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਸਕੂਲ ਦੇ ਵਿੱਚ ਪੰਜਾਬੀ ਨਾਲ ਕੋਈ ਵਿਤਕਰਾ ਆਉਂਦਾ ਹੈ ਤਾਂ ਇਸ ਨੂੰ ਵੱਡੇ ਪਲੇਟਫਾਰਮ ਤੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੋਏਗਾ। ਜੀ ਜੀ। ਤੇ ਗਰੇਵਾਲ ਸਾਹਿਬ, ਹਾਂਜੀ ਬਿਲਕੁਲ ਸਰਕਾਰ ਜੀ ਦੀ ਜਿਹੜੀ ਗੱਲ ਹੈ ਉਸ ਤੋਂ ਬਾਅਦ ਆਉਂਦੀ ਹੈ ਜੀ। ਸਰਕਾਰ ਨੂੰ ਵੀ ਕਨਵਿੰਸ ਕੀਤਾ ਜਾ ਸਕਦਾ ਹੈ, ਕੋਈ ਐਸੀ ਗੱਲ ਨਹੀਂ ਹੈਗੀ। ਸਰਕਾਰਾਂ ਪੰਜਾਬੀ ਦੇ ਹੱਕ ਦੇ ਵਿੱਚ ਅੱਜ ਤੱਕ ਕੰਮ ਕਰਦੀਆਂ ਰਹੀਆਂ ਨੇ, ਬਹੁਤ ਸਾਰੀਆਂ ਪਿੱਛੇ ਸਰਕਾਰਾਂ ਹੈ। ਜੇ ਕੋਈ ਨਿੱਜੀ ਰੂਪ ਦੇ ਵਿੱਚ ਇੱਕ ਸਮੇਂ ਕਿਸੇ ਪੰਜਾਬੀ ਨੂੰ ਉਹ ਨਹੀਂ ਦੇ ਸਕੇ, ਖੜੋਤ ਆਈ ਹੈਗੀ ਹੈ ਪੰਜਾਬੀ ਦੇ ਵਿਕਾਸ ਲਈ, ਤਾਂ ਉਸ ਮਸਲੇ ਨੂੰ ਵੀ ਨਜਿੱਠਿਆ ਜਾ ਸਕਦਾ ਹੈ। ਪਰ ਬੇਸਿਕ ਜਿਹੜੀ ਹੈਗੀ ਹੈ, ਮੇਰੇ ਬੱਚਿਆਂ ਨੂੰ ਪੰਜਾਬੀ ਆਉਣੀ ਚਾਹੀਦੀ ਹੈ। ਹਰ ਪੰਜਾਬ ਦੇ ਬੱਚੇ ਨੂੰ ਪੰਜਾਬੀ ਆਉਣੀ ਚਾਹੀਦੀ ਹੈ, ਪੰਜਾਬੀ ਨਾਲ ਪਿਆਰ ਕਰਨਾ ਚਾਹੀਦਾ ਉਹਨੂੰ। ਗੱਲ ਵੱਖਰੀ ਹੈ, ਪਿਆਰ ਕਰਨਾ, ਪਿਆਰ ਹੋਣਾ ਜਿਹੜਾ ਹੈਗਾ ਉਹ ਗੱਲ ਵੱਖਰੀ ਹੈ। ਮਾਂ-ਬਾਪ ਸਿਖਾ ਸਕਦੇ ਨੇ, ਟੀਚਰ ਸਿਖਾ ਸਕਦੇ ਨੇ, ਆਲਾ ਦੁਆਲਾ ਚਿਗਰਦਾ ਸਿਖਾ ਸਕਦਾ ਹੈ। ਬਿਲਕੁਲ। ਗਰੇਵਾਲ ਸਾਹਿਬ, ਮੇਰਾ ਆਖਰੀ ਸਵਾਲ ਤੁਹਾਡੇ ਤੋਂ ਹੈ ਕਿ ਤੁਹਾਡੇ ਮੁਤਾਬਕ ਕਿਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਹੋਣੇ ਚਾਹੀਦੇ ਨੇ ਕਿ ਪੰਜਾਬੀ ਭਾਸ਼ਾ ਨੂੰ ਹੋਰ ਵਿਸਥਾਰ ਦਿੱਤਾ ਜਾਏ, ਪ੍ਰਸਾਰ ਦਿੱਤਾ ਜਾਏ, ਉੱਚਾ ਚੁੱਕਿਆ ਜਾਏ, ਇਹਦਾ ਕੱਦ ਦੁਨੀਆ ਦੇ ਵਿੱਚ ਹੋਰ ਉੱਚਾ ਕੀਤਾ ਜਾ ਸਕੇ? ਜਿਸ ਤਰ੍ਹਾਂ ਜਸਮੀਤ ਜੀ ਸਾਡੇ ਦੋਨੋਂ ਅੱਜ ਵਿਦਵਾਨ ਸਾਹਿਬ ਗੱਲ ਕਰ ਰਹੇ ਨੇ ਕਿ ਸਾਨੂੰ ਘਰ ਤੋਂ ਸ਼ੁਰੂਆਤ ਕਰਨੀ ਪਊਗੀ। ਅਸੀਂ ਆਪਣੇ ਘਰ ਦੀ ਤੇ ਆਪਣੇ ਦਰ ਦੀ, ਘਰ ਦੇ ਵਿੱਚ ਭਾਸ਼ਾ ਹੋਰ ਆ ਤੇ ਸਾਡੇ ਦਰਾਂ 'ਚ ਭਾਸ਼ਾ ਹੋਰ ਆ ਨਾ, ਸ਼ੁਰੂਆਤ ਕਰੀਏ, ਬੱਚਿਆਂ ਤੋਂ ਸ਼ੁਰੂ ਕਰੀਏ ਤਾਂ ਸਾਰੇ ਹੀ ਅਸੀਂ ਇਸ ਆਪਣੀ ਭਾਸ਼ਾ ਪ੍ਰਤੀ ਜੋ ਅਸੀਂ ਸੋਚ ਰਹੇ ਹਾਂ ਕਿ ਸਾਡੀ ਭਾਸ਼ਾ ਦਾ ਹੋਰ ਵਿਸਥਾਰ ਹੋਣਾ ਚਾਹੀਦਾ, ਘਰ ਤੇ ਸਾਡੀ ਭਾਸ਼ਾ ਬੋਲੀ ਜਾਣੀ ਚਾਹੀਦੀ ਆ, ਤੇ ਇਹ ਸਾਨੂੰ ਸਾਰਿਆਂ ਨੂੰ ਯਤਨ ਕਰਨੇ ਪੈਣਗੇ। ਘਰ ਤੋਂ ਸ਼ੁਰੂਆਤ ਹੋਊਗੀ ਤਾਂ ਆਪਣੇ ਆਪ ਸਾਡੀ ਮਾਂ ਬੋਲੀ ਦਾ ਜਿਹੜਾ ਉਹ ਦਰਜਾ ਹੋਰ ਉੱਚਾ ਹੁੰਦਾ ਜਾਊਗਾ। ਵੰਡ ਦੀ ਲੋਰੀ ਅਤੇ ਦੁਆਵਾਂ, ਮਾਂ ਬੋਲੀ ਤੋਂ ਸਦਕੇ ਜਾਵਾਂ। ਮੈਂ ਕੁਝ ਇੱਕ ਲਾਈਨਾਂ ਤੁਹਾਡੇ ਨਾਲ ਗਾ ਕੇ ਸਾਂਝੀਆਂ ਕਰਨੀਆਂ। ਮਾਂ ਬੋਲੀ ਦਾ ਕਰਦੇ ਜੋ ਸਤਿਕਾਰ ਨਹੀਂ, ਮਾਂ ਦੇ ਬਾਲ ਕਹਾਵਣ ਦੇ ਹੱਕਦਾਰ ਨਹੀਂ, ਮਾਂ ਦੇ ਬਾਲ ਕਹਾਵਣ ਦੇ ਹੱਕਦਾਰ ਨਹੀਂ। ਜਿਹੜੇ ਆਪਣੀ ਮਾਂ ਦੀ ਕਦਰ ਨਾ ਪਾਉਂਦੇ ਨੇ, ਮਿੱਠੀ ਗੋਦ ਦੇ ਨਿੱਘਦਾ ਸੁੱਖ ਗਵਾਉਂਦੇ ਨੇ। ਲੋਰੀ ਬਾਤ ਦੁਹਾਵਾਂ ਜਿਹਾ ਪਿਆਰ ਨਹੀਂ, ਮਾਂ ਬੋਲੀ ਦਾ ਕਰਦੇ ਜੋ ਸਤਿਕਾਰ ਨਹੀਂ, ਮਾਂ ਦੇ ਬਾਲ ਕਹਾਵਣ ਦੇ ਹੱਕਦਾਰ ਨਹੀਂ। ਇਹਦੇ ਜਿਹਾ ਪਵਿੱਤਰ ਕੋਈ ਗਹਿਣਾ ਨਹੀਂ, ਮਾਂ ਬੋਲੀ ਦਾ ਕਰਜ਼ਾ ਤੇ ਤੋਂ ਲੈਣਾ ਨਹੀਂ। ਕਿਸੇ ਬੋਲੀਆਂ ਵਰਗਾ ਕਿਤੇ ਭੰਡਾਰ ਨਹੀਂ, ਮਾਂ ਬੋਲੀ ਦਾ ਕਰਦੇ ਜੋ ਸਤਿਕਾਰ ਨਹੀਂ, ਮਾਂ ਦੇ ਬਾਲ ਕਹਾਵਣ ਦੇ ਹੱਕਦਾਰ ਨਹੀਂ, ਮਾਂ ਬੋਲੀ ਦਾ ਕਰਦੇ ਜੋ ਸਤਿਕਾਰ ਨਹੀਂ। ਜੀ, ਬਹੁਤ ਬਹੁਤ ਸ਼ੁਕਰੀਆ ਗਰੇਵਾਲ ਸਾਹਿਬ। ਤੇ ਹੁਣ ਵੇਲਾ ਇਜਾਜ਼ਤ ਦਾ ਹੋ ਗਿਆ ਤੇ ਸਾਨੂੰ ਸਭ ਨੂੰ ਲੋੜ ਹੈ ਕਿ ਮਿਲ ਜੁਲ ਕੇ ਉਪਰਾਲੇ ਕਰਨ ਦੀ। ਤੇ ਨਾਲ ਹੀ ਮੈਂ ਸਾਡੇ ਮਹਿਮਾਨਾਂ ਦਾ ਧੰਨਵਾਦ ਵੀ ਕਰਦੀ ਹਾਂ ਜਿਨ੍ਹਾਂ ਨੇ ਆਪਣਾ ਸਮਾਂ ਸਾਨੂੰ ਦਿੱਤਾ, ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਵਿਚਾਰ ਰੱਖੇ। ਬਹੁਤ ਬਹੁਤ ਸ਼ੁਕਰੀਆ ਸਰ। ਤੇ ਆਓ ਅਸੀਂ ਸਾਰੇ ਰਲ ਮਿਲ ਕੇ ਉਦਮ ਕਰੀਏ ਕਿ ਪੰਜਾਬੀ ਮਾਂ ਬੋਲੀ ਦਾ ਕੱਦ ਹੋਰ ਉੱਚਾ ਕਰੀਏ, ਪੰਜਾਬੀ ਨੂੰ ਪਿਆਰ ਕਰੀਏ, ਪੰਜਾਬੀ ਪੜ੍ਹੀਏ, ਲਿਖੀਏ, ਬੋਲੀਏ ਤੇ ਆਪਣੇ ਬੱਚਿਆਂ ਨੂੰ ਸਿਖਾਈਏ, ਕਿਉਂਕਿ ਸਾਡਾ ਭਵਿੱਖ ਸਾਡੇ ਬੱਚੇ ਹੀ ਨੇ। ਘਰ ਦੇ ਵਿੱਚ ਪੰਜਾਬੀ ਬੋਲੀਏ, ਸਕੂਲ ਦੇ ਵਿੱਚ ਪੰਜਾਬੀ ਬੋਲੀਏ, ਪੜ੍ਹੀਏ, ਲਿਖੀਏ ਤੇ ਦਫ਼ਤਰਾਂ ਦੇ ਵਿੱਚ ਵੀ ਪੰਜਾਬੀ ਲਾਜ਼ਮੀ ਹੋਵੇ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ, ਮੈਨੂੰ ਇਜਾਜ਼ਤ ਦਿਓ। ਧੰਨਵਾਦ।